हाँ जी, सत श्री अकाल बच्चों साਰਿਆਂ ਨੂੰ। तो ਅੱਜ ਤੁਹਾਡੀ ਡਿਮਾਂਡ ਤੇ ਤੁਹਾਡੇ ਸਾਹਮਣੇ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਆ ਰਹੇ ਹਾਂ ਬੱਚੋ ਆਪਾਂ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ। ਇਹ ਇੱਕ ਐਸਾ ਟੌਪਿਕ ਹੈ ਜਿਹਨੂੰ ਲੈ ਕੇ ਅੱਜ ਤੱਕ 98% ਬੱਚਿਆਂ ਨੇ ਜਸਟ ਰੱਟਾਫਿਕੇਸ਼ਨ ਹੀ ਕੀਤੀ ਹੈ ਕਿ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟ ਕਿਹੜੀ ਮੂਵਮੈਂਟ ਕਿਹਨੇ ਚਲਾਈ ਹੈ। ਇੱਥੋਂ ਤੱਕ ਹੀ ਅੱਜ ਤੱਕ ਇਹ ਕਹਾਣੀ ਆਪਣੇ ਦਿਮਾਗ ਦੇ ਵਿੱਚ ਫਿੱਟ ਕਰਾਈ ਗਈ ਹੈ कि ब्रह्मो समाज कौन लेके आया जी, ब्रह्मो समाज ऑफ इंडिया कौन लेके आया है, आदि ब्रह्मो समाज, साधारण ब्रह्मो समाज, आर्या समाज, रामा कृष्ण मिशन, बंगाल मूवमेंट, वेद समाज, प्रार्थना समाज। बट ये सिद्धांत ये प्रिंसीपल्स ये मूवमेंटा क्यों आईया, इसका मेजर कारण की है, इसका रिजल्ट की निकलिया, वो सारा अज की क्लास तो बाद तुहानू क्लीयर हो जाएगा। तो हमेशा कहना होंगे भी क्वालिटी एजुकेशन के लिए तुसी इस चैनल से जुड़ सकते हो ਤੇ ਅੱਜ ਤੋਂ ਬਾਅਦ ਇਸ ਟੌਪਿਕ ਤੇ ਤੁਹਾਡੀ ਏਡੀ ਜ਼ਬਰਦਸਤ ਕਮਾਂਡ ਹੋਵੇਗੀ, ਤੁਸੀਂ ਪੀਪੀਐਸਸੀ ਯੂਪੀਐਸਸੀ ਤੱਕ ਜੋ ਮਰਜ਼ੀ ਐਗਜ਼ਾਮ ਦੇ ਵਿੱਚ ਬੈਠ ਸਕਦੇ ਹੋ। ਚਾਹੇ ਮੈਂ ਕਹਿੰਦਾ 10 ਸਟੇਟਮੈਂਟਾਂ ਦਾ ਕੁਐਸਚਨ ਪਾ ਦੇਣ, ਜ਼ਿੰਦਗੀ 'ਚ ਨਹੀਂ ਫਸੋਗੇ ਬੱਚੋ। ਬਾਕੀ ਤੁਹਾਨੂੰ ਪਤਾ ਹੀ ਹੈ ਇਹ ਟੌਪਿਕ ਮੈਨੂੰ ਪਤਾ ਸਟੂਡੈਂਟ ਡਿਮਾਂਡ ਕਿਉਂ ਕਰ ਰਿਹਾ ਸੀ, ਕਿਉਂਕਿ ਤੁਹਾਨੂੰ ਪਤਾ ਵੀ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਦੁਬਾਰੇ ਕੰਡਕਟ ਹੋਵੇਗਾ। ਇਹਦੀ ਤਿਆਰੀ ਤੁਸੀਂ ਫੁੱਲ ਫਲੈਜ ਤਰੀਕੇ ਨਾਲ ਆਪਣੇ ਇਸ ਫਲੈਗਸ਼ਿਪ ਕੋਰਸ ਤੋਂ ਕਰ ਸਕਦੇ ਹੋ। ਇਹ ਕਲਾਸ ਉਹਦੇ ਵਿੱਚੋਂ ਹੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ। ਕੋਈ ਤੋਂ नहीं इंप्रैस करने वास्ते जहाँ पे आप स्पैशल तरीके अलग रिकॉर्ड की है। ये अपने कोर्स की ही वीडियो है जिसका कि पार्ट 1 है। बाकी बच्चे बहुत ज्यादा क्वेरी कर रहे हैं, डिमांड कर रहे थे फ्लैगशिप कोर्स के रिगार्डिंग भी सानू डैमो सेंड की जाए। फिर मैं क्यों ना तुहाडी डिमांड से आप डैमो भी उही प्रोवाइड करवाइए, क्योंकि आम तौर पर डैमो वो प्रोवाइड की जाती है जो अकैडमी का आप कह दीए भी पॉजिटिव पॉइंट होंगे, जो उन्होंने स्ट्रोंग पॉइंट होंगे उही तुहानू आप डैमो दिखा सकते हैं। 90% बच्चे कह रहे हैं सर जी टॉपिक किते अज तक सही तरीके नाल कवर नहीं किया, वो भी जेकर आप गल करिए तो पीपीएससी लैवल दे लई। सो अज तुहाडी ये आपां की कमी दूर करन जा रहे हैं। ये अपना बच्चों फ्लैगशिप कोर्स है। बस मैं स्टार्टिंग थोड़े सिर्फ 2-3 मिनट होर लूंगा, घबराओ ना, टाइम वेस्ट आप ज्यादा नहीं करते बिकॉज जिस मकसद लिए क्लास अपलोड की है वो बहुत ज्यादा जरूरी है। तो फ्लैगशिप बच्चों कोर्स है, ये आप सारे सबजैक्ट कंप्लीट फुल फ्लैज आप डिटेल च कवर करांगे। ਤੇ 6 ਮਾਰਚ ਦੇ ਵਿੱਚੋਂ ਇਹਦੇ ਵਿੱਚ ਆਪਣਾ ਹੋਰ ਵੀ ਕੰਟੈਂਟ ਹੁਣ ਸਟਾਰਟ ਹੋ ਜਾਊਗਾ ਜੋ ਆਲਰੇਡੀ ਆਪਣੇ ਨਾਲ ਫਲੈਗਸ਼ਿਪ ਕੋਰਸ ਬੱਚੇ ਜੁੜੇ ਹੋਏ ਹੈ, ਇਹ ਉਹਨਾਂ ਵਾਸਤੇ ਵੀ ਹੈ। 6 ਮਾਰਚ ਨੂੰ ਆਪਾਂ ਧਮਾਕੇਦਾਰ ਐਂਟਰੀਆਂ ਇਸ ਬੈਚ ਦੇ ਵਿੱਚ ਮਾਰਨ ਜਾ ਰਹੇ ਹਾਂ ਫਲੈਗਸ਼ਿਪ ਕੋਰਸ। ਇਹਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਬੱਚੋ ਮੈਂ ਤੁਹਾਨੂੰ ਕੰਟੈਕਟ ਨੰਬਰ ਪ੍ਰੋਵਾਈਡ ਕਰਵਾਉਂਗਾ। ਬਾਕੀ ਆਪ ਤੁਹਾਨੂੰ ਪਤਾ ਹੀ ਹੈ ਨੰਬਰ 1 ਬੈਚ ਆਫ ਪੰਜਾਬ। ਜੇਕਰ ਤੁਸੀਂ PSSSB एग्जाम ਨੂੰ ਟਾਰਗੇਟ ਕੀਤਾ ਹੋਇਆ ਪੰਜਾਬ ਪੁਲਿਸ ਪਟਵਾਰੀ ਤੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਤੁਸੀਂ ਇਹ ਪੰਜਾਬ ਦਾ ਨੰਬਰ 1 ਬੈਚ ਲੈ ਸਕਦੇ ਹੋ। ਤੇ ਸਭ ਤੋਂ ਵੱਡੀ ਗੱਲ ਕੀ ਹੈ, ਮੈਂ ਕਹਿੰਦਾ ਵੀ ਰੈਵੋਲੂਸ਼ਨਰੀ ਆਫਰ ਹੈ, ਰੈਵੋਲੂਸ਼ਨਰੀ ਆਫਰ ਕੰਪਲੀਟ ਕੋਰਸ ਜਸਟ 999 ਦਾ। ਤੇ ਬਾਕੀ ਇਹ ਨੰਬਰ 1 ਆਮ ਤੌਰ ਤੇ ਸੈਲਫ ਡਿਕਲੇਅਰਡ ਨੰਬਰ 1 ਨਹੀਂ ਹੈਗਾ, ਜਿਵੇਂ ਆਮ ਤੌਰ ਤੇ ਹੁੰਦਾ ਵੀ ਸੈਲਫ ਡਿਕਲੇਅਰਡ ਨੰਬਰ 1 ਅਸੀਂ ਨੰਬਰ 1, ਇਹ ਸਟੂਡੈਂਟ ਦਾ ਨੰਬਰ 1 ਡਿਕਲੇਅਰ ਕੀਤਾ ਹੋਇਆ ਬੈਚ ਹੈ। ਬਾਕੀ ਇਸ ਨੂੰ ਵਿਦ ਪ੍ਰੂਫ ਐਗਜ਼ਾਮਪਲ ਦਿਖਾ ਦਿੰਨੇ ਆ। ਆਲਰੇਡੀ ਇਸ ਬੈਚ ਦੇ ਵਿੱਚ 3800 ਬੱਚਾ ਹੋ ਚੁੱਕਿਆ ਹੈ। कोई दिन नहीं कोई दिन, फॉर एग्जांपल आ लेटेस्ट आप कह सकते हैं बच्चों आ अपनी लेटेस्ट एंट्रियां जिहड़ियां बैच अपनी चलदी रहिंदियां जिवें आ अपने बराड़ साहब हो गए, कंबोज है, साहिल, अमन, कुलदीप कौर, ये लेटेस्ट एंट्रियां जमा ये अज दी जो फॉर एग्जांपल आ देखो आ अपनी 27 ये भजाए किवें फिरदा है ना, ये सैट कर लेने। चलो ये अपना बच्चों अपना आ गई जिवें आ देखो भी आ अज दी सारियां एंट्रियां। सो ये सैल्फ डिकलेयर्ड नंबर 1 ही है। तुसीं ऐ हिसाब लाओ भी टोटल बच्चा पंजाब च 70-80 हज़ार के आस पास है। ਤੇ ਸਾਡੀ ਇਹ ਆਸ ਹੁੰਦੀ ਹੈ ਕਿ ਸਾਡੇ ਕੋਲੇ ਇੱਕ ਬੈਚ ਦੇ ਵਿੱਚ ਐਟਲੀਸਟ 10,000 ਸਟੂਡੈਂਟ ਹੋਣ ਦਾ ਚਾਂਸ ਹੁੰਦਾ ਹੈ। ਸੋ ਇਹ ਉਸੇ ਦਿਸ਼ਾ ਦੇ ਵਿੱਚ ਜਾ ਰਿਹਾ ਹੈ, ਨੌਨ ਸਟਾਪ ਗਰੋ ਕਰ ਰਿਹਾ ਹੈ। ਕਾਰਨ ਕਿਉਂਕਿ ਇਹ ਚ ਆਪਾਂ ਕੁਆਲਿਟੀ ਕੰਟੈਂਟ ਪ੍ਰੋਵਾਈਡ ਕਰਵਾਉਣੀ ਹੈ। ਆਲਰੇਡੀ 4000 ਬੱਚਾ ਕਰੀਬ ਪਹੁੰਚ ਚੁੱਕਿਆ ਹੈ, ਦੇਖੀਏ ਤਾਂ 5% ਬਟ 10% ਟੋਟਲ ਪੰਜਾਬ ਦਾ ਬੱਚਾ ਇੱਕ ਕੋਰਸ ਤੋਂ ਤਿਆਰੀ ਕਰ ਰਿਹਾ ਹੋਊਗਾ। ਸੋ ਇਦੋਂ ਵੱਡਾ ਪ੍ਰਮਾਣ ਦੇਣ ਦੀ ਆਪਾਂ ਨੂੰ ਲੋੜ ਨਹੀਂ ਵੀ ਕੰਪੀਟੀਸ਼ਨ ਕਿੰਨਾ ਟਫ ਹੋਣ ਜਾ ਰਿਹਾ ਹੈ। ਤਾਂ ਮੇਕ ਸ਼ੋਰ ਵੀ ਤੁਹਾਡੇ ਕੋਲੇ ਇਹ ਬੈਚ ਹਰ ਹਾਲ ਚ ਹੋਣਾ ਚਾਹੀਦਾ ਹੈ। ਹਾਂ ਜੇਕਰ ਤੁਸੀਂ ਵਧੀਆ ਮਤਲਬ ਇੱਕ ਵਾਰ ਚ ਸਿਰਾ ਲਾਉਣਾ ਹੈ ਵੀ ਮਤਲਬ ਪੀਪੀਐਸਸੀ ਤੱਕ ਦਾ ਕਵਰ ਕਰਨਾ ਹੈ, ਫਿਰ ਚੁੱਪ ਕਰਕੇ ਫਲੈਗਸ਼ਿਪ ਕੋਰਸ ਜੁਆਇਨ ਕਰ ਸਕਦੇ ਹੋ। ਉਦੋਂ ਬਾਅਦ ਫਿਰ ਤੁਹਾਨੂੰ ਨਾ ਨੰਬਰ 1 ਲੈਣ ਦੀ ਲੋੜ ਹੈ, ਇਹ ਤਾਂ ਫਿਰ ਆਪਦੇ ਆਪ ਚ ਕੀ ਹੈ ਫਲੈਗਸ਼ਿਪ ਹੈ। ਬਾਕੀ ਸੈਕੰਡਲੀ ਆ ਤੁਹਾਨੂੰ ਪਤਾ ਲੱਗ ਹੀ ਗਿਆ ਇਹ 6 ਮਾਰਚ ਨੂੰ ਬੱਚਾ ਆਪਣੀ ਵੀ ਸਟਾਰਟ ਹੋ ਰਹੀ ਹੈ। ਇਹ ਤਾਂ ਇਹੋ ਜਿਹੀ ਸੀਰੀਜ਼ ਹੈ ਮਤਲਬ ਮੈਂ ਕਹਿੰਦੀ ਕਿ ਵੀ ਤੁਹਾਨੂੰ ਉਦੋਂ ਬਾਅਦ YouTube ਤੇ ਪੰਜਾਬੀ ਚ ਨਹੀਂ ਕਹਿੰਦੇ ਆਪਣੇ ਪਿੰਡਾਂ ਚ ਕਹਿੰਦੇ ਆ ਵੀ ਆਪਾਂ ਨੂੰ ਮਤਲਬ ਕਿ ਜਿਵੇਂ ਜਪਦੇ ਫਿਰਦੇ ਆ ਵੀ ਕਿਤੇ ਆ MCQ ਫੋਲੋ ਕਰ ਲਿਆ, ਕਿਤੇ ਆ ਕਰ ਲਿਆ, ਕਿਤੇ ਆ ਕਰ ਲਿਆ। MCQ ਦਾ ਅੰਤ ਤੁਸੀਂ ਮੈਂ ਕਹਿੰਦਾ ਰਹਿੰਦੀ ਦੁਨੀਆ ਤੱਕ ਨਹੀਂ ਕਰ ਸਕਦੇ। ਇਸ ਨੂੰ ਮੈਂ ਇਹਦੀ ਇੰਟਰੋਡਕਟਰੀ ਵੀਡੀਓ ਵਿੱਚ ਦੱਸ ਵੀ ਚੁੱਕਿਆ।
बट ये बस वन एंड लास्ट सीरीज है जिहड़ी तुसी कंपीटीशन के लिए फॉलो करोगे। ये अपनी 6 मार्च तो जिन्ना बच्चों ने फ्लैगशिप ज्वाइन किया हुआ है उन्होंने उहदे विच ही प्रोवाइडेड होगी, अलग लैन की जरूरत नहीं है। बहुत बच्चे बार बार पूछ रहे थे, ये भी अपनी 6 मार्च तो स्टार्ट हो रही है। जिहड़े बच्चे चाहते हैं भी सारा सिलेबस असीं सही तरीके नाल MCQ की फॉर्म दे विच टेस्ट की फॉर्म च कवर करना चाहते हैं, ठीक है ना, ये भी अपना स्टार्ट हो रहा है। उन्हें सारा कुछ देखना कित्थे है बच्चों, इहदे लई तुसीं प्ले स्टोर ते जाके अपनी ऐप डाउनलोड करनी है। ऐप डाउनलोड करनी है रुपिंदर सिद्धू अकैडमी ते आ थल्ले अपना कंटैक्ट नंबर है। कंटैक्ट नंबर तां मैं सर्कल किया है भी इहते कॉल कर सकते हो 2 बजे तो बाद। बाकी जो ऐप डाउनलोड करोगे तो उहदे नीचे चैट सैक्शन दे विच कदों मर्जी तुसीं आपदा मैसेज ड्रॉप कर सकते हो, तां साडी टीम तुहाडे नाल छेती तो छेती कंटैक्ट करेगी, ठीक है ना। ये अपनी प्ले स्टोर ते सीधा सर्च करना है रुपिंदर सिद्धू अकैडमी। सैकेंडली जिन्ना बच्चा कोले आईफोन है वो डाउनलोड करनगे जी क्लास प्लस। क्लास प्लस ये डाउनलोड करन तो बाद ऐप स्टोर ते जाके सर्च करियो, एक कोड मंगणगे तो कोड अपना 5 अखर दा QUQUL, ठीक है ना। तो ज्यादा टाइम बच्चों वेस्ट नहीं करते, ये बहुत ही वधिया सैशन है, जमा एंड तक इंजॉय करना है। तो सब तो बड़ी गल कमेंट जरूर करना है जे सैकेंड पार्ट चाहिए तो, नहीं फिर आप फ्लैगशिप कोर्स के विच मिलते हैं, ठीक है ना। चलो बेस्ट ऑफ लक, इंजॉय योर सैशन। हाँ जी, सत श्री अकाल बच्चों सारिਆਂ ਨੂੰ। तो अज की क्लास के विच बहुत ही इंपॉर्टेंट टॉपिक आप करन जा रहे हैं। एक ऐसा टॉपिक है भी जदों भी आप हिस्टरी विच मॉडर्न का टॉपिक स्टार्ट करते हैं तो बच्चे दिमाग सब तो पहला यही टॉपिक स्ट्राइक करता है कि सर जी ये कराओ पहला, बट ये टॉपिक करना होंगे बिल्कुल एंड ते। तो टॉपिक ऐसा बच्चों ये आ वाला सोशियो रिलीजियस रिफॉर्म मूवमेंट्स। हुण पहला थोड़ा जिहा आपां इहदा एक बैकग्राउंड तैयार करते हैं, क्योंकि इन्ना मैं मन के चलदा भी तुसीं ये क्लास देखण तो पहला तुसीं अपनी मॉडर्न जां फ्रीडम स्ट्रगल जां जिहनूं आपां नैशनल मूवमेंट कहने हैं वो बहुत ही वधिया तरीके नाल फिनिश किया होगा, वधिया तुसीं रिवाइज भी करी बैठे होंगे। हुण इत्थों फिर आपां कहानी अज स्टार्ट करांगे। ये एक ऐसा टॉपिक है 18th ते 19th सेंचुरी का आपां इहनूं टॉपिक मन सकदे हां। हुण आपां इस टॉपिक का बैकग्राउंड किवें तैयार करना बहुत ध्यान नाल सुनना है। असल दे विच अपनी मॉडर्न हिस्टरी दे विच 18वीं ते 19वीं सदी है, ये बहुत ज्यादा क्रिटिकल है, क्योंकि इत्थे आपां नूं पता भी अपने मुल्क दे विच गोरियां ने आपदे आप नूं वधिया तरीके नाल एस्टैबलिश कर लिया। जिवें आपां कहदे ने पोलीटिकल कंट्रोल उन्होंने अपने मुल्क दे विच एस्टैबलिश कीता है, चाहे उन्होंने मतलब लड़ाइयां ना कीता, चाहे डिप्लोमैसी ना कीता, चाहे वॉर ना कीता, भी हिंदुस्तान दीयां सारियां मेजर शक्तियां उन्होंने कुचलतियां ते अपने मुल्क दे विच आपदा झंडा गड्डता। ये सारा पिछे आपां पढ़िया जदों आपां मॉडर्न हिस्टरी दा प्रॉपर सारा कंटेंट कवर कीता है। हुण जदों अपने देश च गोरियां ने फिर राज एस्टैबलिश कर लिया तो उन्होंने सारा अपने मुल्क च ढांचा चलाउणा, जिन्हों आपां एडमिनिस्ट्रेटिव ढांचा कहने हैं। हुण वो ढांचा एडा वड्डा मुल्क चलाउण दे लई उन्होंने फिर अपने क्लैरिकल स्टाफ की लोड़ है, जां उन्होंने मतलब आपां कह दईए भी नाल अपने हिंदुस्तानियां की लोड़ है। बिना हिंदुस्तानियां दे सहयोग तो बाहरों आके गोरे पार्टी आपदे आप नूं इत्थे आपां किवें एस्टैबलिश कर लैणगे, जां चलो एस्टैबलिश तां कर लिया, ढांचा किवें चला लैणगे बई, सोचण वाली गल है। सो इत्थे फिर अपने मुल्क दे विच गोरियां दे आउण नाल सब तो वड्डा काम की होया। वैसे नुकसान तो सारे पढ़ ही ले भी गोरियां ने अपने मुल्क का किवें नास मारिया, गोरियां ने अपने मुल्क नूं किवें एक लेबर कंट्री बनाया है, वो सारे मुद्दे अज आपां साइड ते रखने हैं। बट गोरियां दे आउण नाल अपने मुल्क दे विच एजुकेशन सिस्टम की एंट्री हो गई, क्योंकि वो अपने मुल्क दे विच एक एजुकेटेड मिडल क्लास पैदा करन जा रहे हैं। भी अपने मुल्क दे विच जिहड़ा एजुकेशन सिस्टम है वो एंट्री मार गया गोरियां दे आउण नाल। गोरियां दे आउण नाल आपां भी कह सकते हैं जो वैसटर्न आइडियाज है, जो वैसटर्न एजुकेशन है वो भी अपने मुल्क दे विच आ रही है। तो अपने देश च एक चंगा वर्ग तैयार कर देंगे, उही वर्ग उही मिडल क्लास बंदा अगे जाके जो वो जागरूक हो गया, जो वो अवेयर हो गया, सियाणा हो गया, फिर उन्होंने अपने मुल्क बारे पता लगू भी अपना मुल्क तो नजायज काले दौर दे विचों गुजर रहा है, भी दुनिया कित्थे पहुंच रही है। दुनिया च साइंस दीयां गल्लां होण लग गईयां, दुनिया च लॉजिक दीयां गल्लां होण लग गईयां, ते इत्थे हजे अपना चाइल्ड मैरिज, विडो रीमैरिज, सती प्रथा, कास्ट सिस्टम भी पता ही नहीं कादे कादे मतलब कुरीतियां दे विच जकड़िया पिया। सो इत्थे फिर विद्वान परसनैलिटियां पैदा हो जाणगियां। वो परसनैलिटियां होणगियां जिन्होंने आपां पंजाबी सीधा कहना होवे तां वो आपदे समय तो बहुत अगे होणगे।
वैसे हिस्टरी ਦੇ ਵਿੱਚ ਇਹ ਲਾਈਨ ਬੋਲਣੀ ਬਹੁਤ ਜ਼ਿਆਦਾ ਗਲਤ ਹੈ। ਆਮ ਤੌਰ ਤੇ ਇਤਿਹਾਸ ਪੜ੍ਹਨ ਲੱਗੇ ਆਪਣਾ ਮਾਈਂਡਸੈਟ ਬਹੁਤ ਕਲੀਅਰ ਹੋਣਾ ਚਾਹੀਦਾ ਹੈ। ਵੈਸੇ ਲੈਣਾ ਆਪਾਂ ਐਂਡ ਤੇ ਬੋਲ ਰਹੇ ਹਾਂ, ਇਹ ਹਿਸਟਰੀ ਦੇ ਸਟਾਰਟਿੰਗ ਬੋਲਣਾ ਚਾਹੀਦਾ ਹੈ ਵੀ ਮਾਈਂਡਸੈਟ ਕਲੀਅਰ ਦਾ ਮਤਲਬ ਕੀ ਹੈ ਵੀ ਆਪਾਂ ਨੂੰ ਮਤਲਬ ਜਦੋਂ ਕੋਈ ਵੀ ਆਪਾਂ ਕਰੈਕਟਰ ਪੜ੍ਹਦੇ ਹਾਂ, ਕੋਈ ਵੀ ਪਰਸਨੈਲਿਟੀ ਪੜ੍ਹਦੇ ਹਾਂ ਤਾਂ ਆਪਾਂ ਨੂੰ ਉਸ ਸਮੇਂ ਦੇ ਉਹਦੇ ਆਲੇ ਦੁਆਲੇ ਸਮਾਜ 'ਚ ਕੀ ਚੱਲ ਰਿਹਾ ਹੈ ਉਹਦੇ ਅਕੋਰਡਿੰਗ ਸੋਚਣਾ ਚਾਹੀਦਾ ਹੈ, ਰੈਦਰ ਦੈਨ ਅੱਜ ਆਪਾਂ 21ਵੀਂ ਸਦੀ ਦੇ ਵਿੱਚ ਆਪਦੀ ਕੁਰਸੀ ਦੇ ਸੋਫੇ ਤੇ ਬੈਠੇ ਕੰਬਲ 'ਚ ਪਏ ਸੋਚ ਕੇ ਵੀ ਲੈ ਇਹ 'ਚ ਸੁਧਾਰ ਕਰਨ ਵਾਲੀ ਕੀ ਗੱਲ ਹੈ, ਇਹ ਲੋਕਾਂ ਨੂੰ ਦੀਨਾ ਨਹੀਂ ਸੀਗਾ, ਇਹ ਲੋਕਾਂ ਦੀਆਂ ਅੱਖਾਂ ਨਹੀਂ ਫੁੱਟੀਆਂ, ਇਹ ਲੋਕਾਂ ਨੂੰ ਆਪਦੀ ਆਪ ਨਹੀਂ ਪਤਾ ਵੀ ਏਡੀ ਕਿੱਡੀ ਖਾਸ ਗੱਲ ਕਰਤੀ ਵੀ ਉਹ ਗੱਲਾਂ 18ਵੀਂ ਸਦੀ ਦੇ ਵਿੱਚ ਕਰਨੀਆਂ ਉਹ ਗੱਲਾਂ ਮਾਇਨੇ ਰੱਖਦੀਆਂ ਤਾਂ ਉਹ ਬੰਦੇ ਆਪਦੇ ਸਮੇਂ ਤੋਂ ਬਹੁਤ ਅੱਗੇ ਹੋਣਗੇ ਜੋ ਫਿਰ ਆਪਣੀ ਸੋਸਾਇਟੀ ਤੇ ਆਪਣੇ ਧਰਮ ਦੇ ਵਿੱਚ ਸੁਧਾਰ ਲਿਆਉਣਗੇ। ਇਹੀ ਇਹਦੀ ਪੰਜਾਬੀ ਹੈ, ਸੋਸ਼ੀਓ ਰਿਲੀਜੀਅਸ ਰਿਫਾਰਮ। ਰਿਫਾਰਮ ਦਾ ਮਤਲਬ ਕੀ ਹੈ? ਸੁਧਾਰ ਲਿਆਉਣਾ, ਸੁਧਾਰ ਲਿਆਉਣ ਜਾ ਰਿਹਾ ਸੁਧਾਰ। ਮਾੜਾ ਸੈੱਟ ਕਰ ਲਈਏ ਕਿਉਂਕਿ ਇਹ ਸਿਸਟਮ ਆਪਾਂ ਕੀਤਾ ਹੈ ਅਪਡੇਟ, ਇਹ 'ਚ ਵੀ ਸੁਧਾਰ ਲਿਆਉਂਦਾ ਪਰ ਇਹ ਸੁਧਾਰ ਪੁੱਠਾ ਆ ਗਿਆ, ਜਦੋਂ ਦਾ ਅਪਡੇਟ ਕੀਤਾ ਸਿਸਟਮ ਕ੍ਰੈਸ਼ ਕੀਤਾ ਪਿਆ। ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟ, ਸੋ ਇਹ ਆਪਣੇ ਦੇਸ਼ 'ਚ ਇੱਕ ਮੂਵਮੈਂਟ ਸਟਾਰਟ ਹੋਣੀ ਹੈ ਵੀ ਜੋ ਆਪਣੇ ਸਮਾਜ 'ਚ ਜਿਹੜੀਆਂ ਗੱਲਾਂ ਆਪਾਂ ਮੰਨੀ ਬੈਠੇ ਹਾਂ, ਕਿਉਂਕਿ ਆਪਣੇ ਸਮਾਜ ਦੀ ਸਭ ਤੋਂ ਖਾਸ ਗੱਲ ਪਤਾ ਕੀ ਹੈ? ਆਪਾਂ ਬਸ ਗੱਲਾਂ ਮੰਨ ਕੇ ਚੱਲਦੇ ਹਾਂ, ਚਾਹੇ 21ਵੀਂ ਸਦੀ ਦੀ ਆਪਾਂ ਗੱਲ ਹੀ ਕਿਉਂ ਨਾ ਕਰੀਏ। ਜਦੋਂ ਆਪਾਂ ਪੋਲਿਟੀ ਪੜ੍ਹਦੇ ਹਾਂ ਜਾਂ ਹੋਰ ਬਹੁਤ ਆਪਾਂ ਮਤਲਬ ਇੱਕ ਪ੍ਰੋਪਰ ਕਿਸੇ ਰਾਈਟਸ ਦੀ ਗੱਲ ਕਰਦੇ ਹਾਂ, ਡਿਊਟੀ ਦੀ ਗੱਲ ਕਰਦੇ ਹਾਂ, ਉਹ ਪੜ੍ਹ ਕੇ ਜਾਣ ਲੱਗਦਾ ਯਾਰ ਵੀ ਸਾਡੇ ਪਿੰਡ ਤਾਂ ਨਹੀਂ ਇਹੋ ਜਿਹਾ ਕੁਝ ਹੁੰਦਾ। ਕਾਰਨ ਕੀ ਹੈ? ਕਿਉਂਕਿ ਆਪਾਂ ਨਾਰਮਲ ਲਾਈਫ ਦੇ ਵਿੱਚ ਹਰ ਚੀਜ਼ ਨੂੰ ਐਕਸੈਪਟ ਕਰ ਲੈਂਦੇ ਹਾਂ, ਆਪਾਂ ਉਹ ਸਾਰਾ ਆਪਣਾ ਸਾਰਾ ਪਿੰਡ ਉਸ ਚੀਜ਼ ਤੇ ਐਗਰੀਡ ਹੈ। ਜਿਵੇਂ ਆਪਾਂ ਰੰਗ ਭੇਦ ਦੀ ਗੱਲ ਕਰੀਏ, ਆਪਣੇ ਪਿੰਡਾਂ ਦੇ ਵਿੱਚ ਰੰਗ ਭੇਦ ਦੀ ਸਮੱਸਿਆ ਹੈ, ਆਪਾਂ ਇੱਕ ਮਜ਼ਾਕ ਲੈਂਦੇ ਹਾਂ। ਜਾਂ ਮੰਨ ਲਓ ਆਪਣੇ ਕਿਸੇ ਦੇ ਘਰੇ ਜਨਮ ਲਿਆ ਜਾਂ ਆਪਣੇ ਗਵਾਂਢੀਆਂ ਕਿਸੇ ਮੁੰਡੇ ਜਨਮ ਹੋਇਆ, ਉਹਦਾ ਰੰਗ ਸੀ ਪੱਕਾ, ਉਹ ਕਹਿੰਦੇ ਕਾਲੇ ਹੋਏ, ਉਹਦਾ ਨਾਂ ਕਾਲਾ। ਆਪਾਂ ਨੂੰ ਐ ਤਾਂ ਨਹੀਂ ਕਾਲੇ ਨੇ ਵੱਡੇ ਹੋ ਕੇ ਆਪਣੇ ਤੇ ਕੇਸ ਕਰਤਾ ਵੀ ਨਸਲ ਭੇਦ ਆ ਦੇਖੋ ਮੇਰੇ ਖਿਲਾਫ ਟਿੱਪਣੀ ਕਰਦਾ, ਮੈਨੂੰ ਕਾਲਾ ਕਹਿੰਦਾ। ਕੋਈ ਬਾਹਰ ਚਿੱਟਾ ਹੁੰਦਾ, ਆਪਾਂ ਕਹਿੰਦੇ ਨੇ ਬੱਗੇ ਹੋਏ, ਚਿੱਟੇ ਹੋਏ। ਕਿਸ ਦੀਆਂ ਅੱਖਾਂ ਕੀ ਹੈ? ਬਿੱਲੀਆਂ, ਆਪਾਂ ਕਹਿੰਦੇ ਬਿੱਲੇ ਹੋਏ। ਹੁਣ ਉਹ ਕਹਿੰਦੇ ਵੀ ਮੇਰੇ ਤੇ ਨਸਲ ਟਿੱਪਣੀ ਕੀਤੀ ਹੈ, ਮੈਨੂੰ ਬਿੱਲਾ ਕਹਿਤਾ ਇਹਨੇ, ਮੈਨੂੰ ਬਾਂਦਰ ਕਹਿਤਾ, ਮੈਨੂੰ ਕੁੱਤਾ ਕਹਿਤਾ। ਆਪਣੇ ਸਮਾਜ ਇੰਡੀਆ ਦੀ ਖਾਸ ਗੱਲ ਇਹ ਹੈ ਵੀ ਆਪਾਂ ਬਹੁਤ ਚੀਜ਼ਾਂ ਬਸ ਐਕਸੈਪਟ ਕਰ ਲੈਂਦੇ ਹਾਂ, ਜਿਵੇਂ ਸਤੀ ਪ੍ਰਥਾ ਹੈ। ਆਪਾਂ ਸਾਰਾ ਪੜ੍ਹਨਾ ਘਬਰਾਏ ਉਹਨੂੰ, ਤੁਸੀਂ ਕਹੋਗੇ ਵੀ ਗੱਲਾਂ 'ਚ ਉਲਝੇ ਪਏ ਆ, ਕਿਉਂਕਿ ਇਹ ਗੱਲਾਂ ਹੀ ਬਸ ਆਪਣੇ ਇਹ 'ਚ ਤਾਂ ਕੁਝ ਨਹੀਂ ਹੈਗਾ। ਇਹ ਟੌਪਿਕ ਦੇ ਵਿੱਚ ਤਾਂ ਕੋਈ ਤੰਤ ਹੀ ਨਹੀਂ, 10 ਮਿੰਟਾਂ ਬਾਅਦ ਸੁਣਾ ਲੱਗੂ ਬਸ ਵੀ ਕੁਝ ਵੀ ਲਿਖਿਆ ਬਾਤ ਹੀ ਹੈ। ਹੁਣ ਜਿਵੇਂ ਸਤੀ ਪ੍ਰਥਾ ਹੈ, 18ਵੀਂ 19ਵੀਂ ਸਦੀ ਦੇ ਵਿੱਚ ਸਤੀ ਪ੍ਰਥਾ ਅੱਜ ਸੋਚ ਕੇ ਆਪਾਂ ਨੂੰ ਐ ਲੱਗਦਾ ਹੈ ਵੀ ਜਦੋਂ ਯਾਰ ਕਿਸੇ ਬੰਦੇ ਦੀ ਮੌਤ ਹੋ ਗਈ, ਯਾਰ ਜਿਹੜੀ ਵਿਡੋ ਹੁੰਦੀ ਹੈ, ਵਿਧਵਾ ਔਰਤ ਹੈ, ਉਹਨੂੰ ਨਾਲ ਮਚਾ ਦਿੰਦੇ ਹੈ। ਆਪਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਉਹਨੂੰ ਕਿਵੇਂ ਬੰਨ ਕੇ ਲਿਆਉਂਦੇ ਹੋਣਗੇ, ਖਿੱਚ ਕੇ ਲਿਆਉਂਦੇ ਹੋਣਗੇ, ਧੱਕੇ ਨਾਲ ਉੱਤੇ ਮਤਲਬ ਅੱਗ ਦੇ ਉੱਤੇ ਪਾ ਦਿੰਦੇ ਹੋਣਗੇ। ਨਹੀਂ, ਉਦੋਂ ਉਹ ਚੀਜ਼ਾਂ ਨਾਰਮਲ ਹੈ। ਉਦੋਂ ਸਤੀ ਮਤਲਬ ਵੂਮੈਨ ਵੋਲੰਟਰਲੀ ਆਪਦੀ ਆਪ ਹੀ ਹੋ ਜਾਂਦੀ ਸੀ। ਹੁਣ ਉਹ ਸਮਾਜ ਮੰਨੀ ਬੈਠਾ ਉਹ ਸਾਰੀਆਂ ਚੀਜ਼ਾਂ, ਉਹ ਚੀਜ਼ਾਂ 'ਚ ਆਪਣਾ ਮੁਲਕ ਜਕੜਿਆ ਪਿਆ। ਜਦੋਂ ਅਵੇਅਰਨੈਸ ਹੁਣ ਕ੍ਰੀਏਟ ਹੋਊਗੀ ਗੋਰਿਆਂ ਦੇ ਆਉਣ ਨਾਲ, ਫਿਰ ਆਪਾਂ ਉਹ 'ਚ ਸੁਧਾਰ ਲਿਆਉਣ ਦੀ ਗੱਲ ਕਰਾਂਗੇ। ਸੋ ਇਹੀ ਆਪਾਂ ਸਮਾਜ ਤੇ ਆਪਣੇ ਧਰਮ, ਤੁਹਾਨੂੰ ਪਤਾ ਹੀ ਹੈ ਰਿਲੀਜਨ, ਇਹ ਆਪਣੇ ਬਹੁਤ ਜ਼ਿਆਦਾ ਪੋਲਿਊਟ ਹੋ ਗਏ ਸੀ। ਮਤਲਬ ਬਹੁਤ ਮਤਲਬ ਕੀ ਆਪਾਂ ਵੀ ਧੰਦੇ ਸਟਾਰਟ ਹੋ ਗਏ ਧਰਮ ਦੇ ਨਾਮ ਤੇ ਧੰਦਾ। ਇਹ ਲਾਈਨ ਆਪਣੇ ਮੁਲਕ ਦੇ ਵਿੱਚ ਅੱਜ ਵੀ ਚੱਲਦੀ ਹੈ। ਇਹ ਸਭ ਤੋਂ ਵੱਡੀ ਖਾਸ ਗੱਲ ਹੁੰਦੀ ਹੈ ਰਿਫਾਰਮ ਦੀ, ਕਿਉਂਕਿ ਰਿਫਾਰਮ ਕਦੇ ਵੀ ਰਾਤੇ ਰਾਤ ਨਹੀਂ ਹੁੰਦਾ। ਸਦੀਆਂ ਤੋਂ ਸਦੀਆਂ ਰਿਫਾਰਮ ਚੱਲਦੇ ਰਹਿੰਦੇ ਆ। ਜਿਵੇਂ ਅੱਜ ਵੀ ਆਪਾਂ ਕਹਿ ਦਿੰਦੇ ਹਾਂ, ਘਰਾਂ 'ਚ ਆਪਾਂ ਅੱਖਰ ਵਰਤ ਲੈਂਦੇ ਹਾਂ ਵੀ ਕਾਲੇ ਹੋਏ, ਆਪਾਂ ਉਹੀ ਕਹਿ ਦਿੰਦੇ ਹਾਂ। ਕੋਈ ਮੰਨ ਲਓ ਬਾਹਲਾ ਆਪਣੇ ਗਵਾਂਢ 'ਚ ਮੰਨ ਲਓ ਵੀ ਮੋਟਾ ਮੁੱਦਾ ਆਪਣਾ ਰਹਿੰਦਾ ਆਪਣਾ ਦੋਸਤ, ਆਪਾਂ ਕਹਿ ਦਿੰਦੇ ਹਾਂ ਮੋਟੇ ਹੋਏ, ਬਾਗੜ ਬਿੱਲਾ ਜਾ, ਬੁੱਗ ਜਾ, ਬਾਂਦਰ ਜਾ। ਇਹੀ ਚੀਜ਼ਾਂ ਆਪਾਂ 23ਵੀਂ ਸਦੀ 'ਚ ਕਹਾਂ ਦੇਖਣਗੇ, ਉਦੋਂ ਲੋਕ ਐਂ ਕਹਿਣਗੇ ਅੱਛਾ ਯਾਰ ਕੁੱਤਾ ਹੀ ਕਹਿ ਦਿੰਦੇ ਸੀ, ਉਹ ਕੁੱਤੇ ਹੋਏ, ਬਾਂਦਰ ਹੋਏ। ਇਹ ਚੀਜ਼ਾਂ ਰਿਫਾਰਮ ਬਦਲਾਅ ਹੌਲੀ ਹੌਲੀ ਚੱਲਦੇ ਆ। ਇਹ ਰੈਵੋਲੂਸ਼ਨ ਨਹੀਂ ਹੁੰਦੀ। ਰੈਵੋਲੂਸ਼ਨ ਤੇ ਰਿਫਾਰਮ 'ਚ ਹੀ ਫਰਕ ਹੁੰਦਾ। ਰੈਵੋਲੂਸ਼ਨ ਹੁੰਦਾ ਸ਼ਾਰਟ ਟਰਮ ਦੇ ਲਈ, ਤਾਂ ਹੀ ਤਾਂ ਉਹ ਬਾਹਲੇ ਲੋਕਾਂ ਤੱਕ ਨਹੀਂ ਪਹੁੰਚਦੀ ਕ੍ਰਾਂਤੀ, ਮਾਸ ਮੂਵਮੈਂਟ ਨਹੀਂ ਬਣਦੀ। ਜਦੋਂ ਆਪਾਂ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ, ਰਿਫਾਰਮ ਮਾਸ ਮੂਵਮੈਂਟ ਬਣ ਜਾਂਦੀ ਹੈ। ਫਿਰ ਸਾਰਾ ਮੁਲਕ ਜਦੋਂ ਫੋਲੋ ਕਰਨ ਲੱਗ ਜਾਂਦਾ, ਫਿਰ ਇੱਕ ਚੰਗਾ ਸੁਧਾਰ ਆਉਂਦਾ। ਤਾਂ ਬੜਾ ਆਪਾਂ ਨੂੰ ਸਟਾਰਟ ਕਰਦੇ ਹਾਂ। ਤਾਂ ਵੈਸੇ ਆਪਣਾ ਉਦਘਾਟਨੀ ਪੈਰਾਗ੍ਰਾਫਸ ਨੂੰ ਪਤਾ ਹਮੇਸ਼ਾ ਹੀ ਹੁੰਦਾ, ਤੁਸੀਂ ਦੇਖ ਵੀ ਲਿਆ ਹੋ, ਮੇਰੇ ਹਿਸਾਬ ਨਾਲ ਪੜ੍ਹ ਵੀ ਲਿਆ ਹੋਊਗਾ, ਸਾਈਡਾਂ ਤੋਂ ਪੜ੍ਹੀ ਜਾਂਦੇ ਹੋਣਗੇ ਜਦੋਂ ਪਾਸੇ ਹੁੰਦਾ ਹੈ ਨਾ। ਬ੍ਰਿਟਿਸ਼ ਰੂਲ ਇਨ ਇੰਡੀਆ ਕਹਿੰਦੇ ਬ੍ਰੌਟ ਮੈਨੀ ਚੇਂਜਸ ਟੂ ਇੰਡੀਅਨ ਸੋਸ਼ਲ ਪੋਲੀਟੀਕਲ ਐਂਡ ਇਕਨੋਮਿਕ ਲਾਈਫ। ਇਹੀ ਆਪਾਂ ਦੇਖਿਆ ਕਿ ਜਦੋਂ ਗੋਰਾ ਪਾਰਟੀ ਆਪਣੇ ਦੇਸ਼ 'ਚ ਆ ਗਈ ਤਾਂ ਹੁਣ ਇਹਦੇ ਨਾਲ ਫਿਰ ਸਾਰੇ ਜਿਹੜੇ ਆਪਣੇ ਸਮਾਜਿਕ ਹੈ, ਰਾਜਨੀਤਿਕ ਹੈ, ਪੋਲੀਟੀਕਲ ਹੈ, ਆਰਥਿਕ ਹੈ, ਇਹਦੇ ਵਿੱਚ ਪ੍ਰਭਾਵ ਤਾਂ ਪੈਣਾ ਹੀ ਪੈਣਾ। ਉਹ ਪ੍ਰਭਾਵ ਸਾਰਾ ਆਪਾਂ ਪੜ੍ਹਨਾ ਹੈ। ਪਹਿਲੀ ਗੱਲ ਤਾਂ ਗੋਰਿਆਂ ਨਾਲ ਸਭ ਤੋਂ ਵੱਡੀ ਗੱਲ ਕੀ ਹੋ ਗਈ, ਜਿਹੜੀ ਵੈਸਟਰਨ ਐਜੂਕੇਸ਼ਨ ਹੈ, ਜਿਹੜੇ ਮਾਡਰਨ ਆਈਡੀਆਸ ਹੈ, ਦੁਨੀਆ ਭਰ 'ਚ ਕ੍ਰਾਂਤੀ ਆ ਰਹੀ ਹੈ। ਫ੍ਰੈਂਚ ਰੈਵੋਲੂਸ਼ਨ, ਫਲਾਨੀ ਰੈਵੋਲੂਸ਼ਨ, ਯੂਰਪ 'ਚ ਰੈਨੇਸੈਂਸ ਦਾ ਦੌਰ ਆਇਆ, ਪੁਨਰ ਜਾਗਰਣ ਦਾ ਦੌਰ ਆਇਆ। ਲੋਕ ਸਾਇੰਸ ਦੀ ਗੱਲ ਕਰਨ ਲੱਗੇ, ਲੌਜਿਕ ਦੀ ਗੱਲ ਕਰਨ ਲੱਗੇ, ਲੋਕ ਸਿਆਣੇ ਹੋਣ ਲੱਗ ਗਏ।
ਤਾਂ ਇਹ ਚੀਜ਼ਾਂ, ਇਹ ਅੱਖਰ ਫਿਰ ਆਪਣੇ ਦੇਸ਼ 'ਚ ਗੂੰਜਣ ਲੱਗ ਜਾਣਗੇ। ਲਿਬਰਟੀ, ਇਕੁਐਲਿਟੀ, ਡੈਮੋਕ੍ਰੇਸੀ, ਫਰੈਟਰਨਿਟੀ, ਇਹ ਸਭ ਨੇ ਇਹਨਾਂ ਨੇ ਬਹੁਤ ਵੱਡਾ ਰੋਲ ਨਿਭਾਇਆ ਇਨ ਦ ਡਿਵੈਲਪਮੈਂਟ ਆਫ ਰਿਲੀਜੀਅਸ ਰਿਫਾਰਮ ਮੂਵਮੈਂਟ ਇਨ ਦ ਕੰਟਰੀ। ਹੁਣ ਤੁਸੀਂ ਆਪ ਦੱਸੋ 18ਵੀਂ 19ਵੀਂ ਸਦੀ ਦੇ ਵਿੱਚ ਆਹ ਅੱਖਰ ਆਪਣੇ ਮੁਲਕ 'ਚ ਦੂਰ ਦੂਰ ਤੱਕ ਨਹੀਂ ਸੀ। ਇੱਥੇ ਭਾਗ ਗਿਆ ਲਿਬਰਟੀ, ਇੱਥੇ ਔਰੰਗਜ਼ੇਬ ਵਰਗੇ ਸੀ। ਲਿਬਰਟੀ ਵਰਡ ਤਾਂ ਰਾਜ ਤੇ ਡਿਪੈਂਡੈਂਟ ਹੈ, ਉਹਨੂੰ ਕਿੰਨੀ ਕੁ ਦੇਣੀ ਹੈ, ਪੁੱਛਣ ਵਾਲੀ ਗੱਲ ਹੈ। ਲਿਬਰਟੀ, ਇਕੁਐਲਿਟੀ, ਸਮਾਨਤਾ, ਇਹ ਤਾਂ ਆਪਣੇ ਦੇਸ਼ 'ਚ ਆਪਾਂ ਅੱਜ ਤੱਕ ਇਹਦੇ ਵਿੱਚ ਮਤਲਬ ਕੀ ਹੈ ਲੜੀ ਜਾਂਦੇ ਆ, ਕਿਉਂਕਿ ਰਿਫਾਰਮ ਹਲੇ ਹੋਈ ਨਹੀਂ, ਇਹ ਚੱਲੀ ਜਾਂਦਾ ਹੈ। ਸੁਧਾਰ ਅੱਜ ਤੱਕ ਵੀ ਚੱਲੀ ਜਾਂਦਾ ਹੈ, ਇਹ ਕਲਾਸ ਲਾਉਣ ਤੱਕ ਸੁਧਾਰ ਚੱਲੀ ਜਾਂਦਾ ਹੈ। ਪਰ ਤੁਸੀਂ ਐਂ ਹਿਸਾਬ ਲਾ ਲਓ, ਇੰਨਾ ਵੱਡਾ ਪ੍ਰੋਸੈਸ ਪੜ੍ਹੀ ਜਾਂਦੇ ਆਪਾਂ। ਡੈਮੋਕ੍ਰੇਸੀ ਭਾਲਦੀ ਹੈ, ਇੱਥੇ ਫਿਰ ਗੱਲ ਉੱਥੇ ਫੇਰ ਆ ਗਈ, ਤਾਂ ਔਰੰਗਜ਼ੇਬ ਵਰਗੇ ਸੀ। ਡੈਮੋਕ੍ਰੇਸੀ ਪਿੱਛੇ ਤਾਂ ਲੀਡਰ ਅੱਜ ਕੋਈ ਤੇ ਮਤਲਬ ਤਾਨੇ ਮਾਰਦੇ ਆ ਵੀ ਇਹ ਤਾਨਾਸ਼ਾਹੀ ਹੈ, ਫਲਾਨਾ, ਇਹ ਧਮਕਾ ਸੁਣਦਾ ਨਹੀਂ ਕਿਸੇ ਦੀ, ਇਹ ਆਪਣੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰ ਰਿਹਾ ਹੈ। ਇਹ ਤਾਂ ਅਖਬਾਰਾਂ 'ਚ ਆਪਾਂ ਅੱਜ ਵੀ ਸੁਣੀ ਜਾਂਦੀ ਹੈ। ਸੋ ਇਹ ਫਰੈਟਰਨਿਟੀ, ਭਾਈਚਾਰਾ ਬਣਾਉਂਦੇ ਬਣਾਉਂਦੇ ਆਪਾਂ ਹੰਭੇ ਪਏ, ਥੱਕੇ ਪਏ ਆ, ਨਾ ਆਪਾਂ ਤੋਂ ਭੈਣਚਾਰਾ ਬਣਦਾ ਨਾ ਭਾਈਚਾਰਾ ਬਣਦਾ। ਸੋ ਇਹ ਅੱਖਰ ਮਾੜਾ ਵਾਪਸ ਆਈਏ ਤਾਂ ਇਹ ਅੱਖਰ ਫਿਰ ਹੁਣ ਆਪਣੇ ਦੇਸ਼ 'ਚ ਆਉਣਗੇ। ਵੈਸਟਰਨ ਐਜੂਕੇਸ਼ਨ ਤੇ ਮਾਡਰਨ ਆਈਡੀਆਜ਼, ਜਿਨ੍ਹਾਂ ਕਰਕੇ ਫਿਰ ਆਪਣੇ ਲੋਕ ਸਿਆਣੇ ਹੋਣਗੇ, ਇੱਕ ਚੰਗਾ ਮਿਡਲ ਕਲਾਸ ਵਰਗ ਤਿਆਰ ਹੋਊਗਾ। ਰਾਜਾ ਰਾਮ ਮੋਹਨ ਰਾਏ ਵਰਗੇ ਜਿਹੜੇ ਗੋਰਿਆਂ ਦੇ ਵਿੱਚ ਆਪਣੀ ਜੌਬ ਕਰਨਗੇ, ਮੁੰਸ਼ੀ ਲੱਗੂ ਆਪਣਾ ਰਾਜਾ ਰਾਮ ਮੋਹਨ ਰਾਏ, ਜਿਹੜਾ ਫਿਰ ਫਾਦਰ ਬਣੂਗਾ ਪੁਨਰ ਜਾਗਰਣ ਦਾ। ਫਿਰ ਗਾਹਾਂ ਆਪਣਾ ਦਵਿੰਦਰਨਾਥ ਟੈਗੋਰ ਜੀ, ਕੇਸ਼ਵ ਚੰਦਰ ਸੇਨ, ਸਵਾਮੀ ਦਯਾਨੰਦ ਸਰਸਵਤੀ, ਸਵਾਮੀ ਵਿਵੇਕਾਨੰਦ, ਬਹੁਤ ਧਾਕੜ ਪਰਸਨੈਲਿਟੀਆਂ ਪੜਾਂਗੇ ਆਪਾਂ। ਸੋ ਉਹ ਬੰਦੇ ਪੜਾਂਗੇ ਜਿਹੜੇ ਸਮੇਂ ਤੋਂ ਵਾਕਈ ਅੱਗੇ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹੁਣ ਸਤੀ ਦੇ ਖਿਲਾਫ ਬੋਲਣਾ, ਮੈਂ ਕਹਿੰਦਾ ਵੀ ਮੌਤ ਦੇ ਬਰਾਬਰ ਸੀ, ਕਿਉਂਕਿ ਉਦੋਂ ਸਾਰੀਆਂ ਚੀਜ਼ਾਂ ਨਾਰਮਲ ਹੈ। ਉਦੋਂ ਰਾਜਾ ਰਾਮ ਮੋਹਨ ਰਾਏ ਨੇ ਮਤਲਬ ਸਤੀ ਦੇ ਖਿਲਾਫ ਬੋਲਿਆ, ਸਾਰਾ ਪਿੰਡ ਉਹਦੇ ਖਿਲਾਫ ਹੋ ਗਿਆ। ਉਹ ਸ਼ਰਤ ਲਾਏ ਕਹਿੰਦੇ ਹੋਣਗੇ ਇਹ ਮਰਵਾਊ, ਪਤਾ ਨਹੀਂ ਕੀ ਗੱਲਾਂ ਮਰਦਾ ਫਿਰਦਾ ਹੈ, ਇਹ ਬਾਹਰੋਂ ਪੜਾਇਆ, ਇਹ ਬਾਹਲਾ ਤਿੰਨ ਪੰਜੀ ਕਰੀ ਜਾਂਦਾ ਹੈ, ਇਹ ਨੌਜਵਾਨ ਕਾਹਨੂੰ ਹੈ, ਨੌਜਵਾਨ ਪੀੜ੍ਹੀ ਹੈ, ਡੋਬਣਗੇ, ਇਹ ਹੈ ਉਹ ਹੈ। ਤੇਰਾ ਸ਼ੁਰੂ ਤੋਂ ਵਿਰੋਧਤਾ ਹਰ ਚੀਜ਼ ਦੀ ਹੁੰਦੀ ਹੈ। ਜਦੋਂ ਬੰਦਾ ਸੁਧਾਰ ਲਿਆਉਣ ਦੀ ਗੱਲ ਕਰਦਾ, ਬੰਦਾ ਕਿਸੇ ਮਤਲਬ 1000 ਸਾਲ ਤੋਂ ਪਰੰਪਰਾ ਜਿਹੜੀ ਚੱਲੀ ਆਉਂਦੀ ਹੈ ਉਹਦੇ ਖਿਲਾਫ ਬੋਲਣਾ ਮਾੜੀ ਮੋਟੀ ਗੱਲ ਹੈ, ਇਹ ਤਾਂ ਮੌਤ ਦੇ ਬਰਾਬਰ ਹੈ। ਸੋ ਉਹ ਬੰਦੇ ਸਟੈਪ ਚੱਕਣਗੇ ਫਿਰ, ਕਿ ਮੇਰੇ ਹਿਸਾਬ ਨਾਲ ਆਪਾਂ ਸਾਰਾ ਅੰਡਰਸਟੈਂਡ ਕਰ ਲਿਆ ਹੋਊਗਾ। ਸੋ ਹੁਣ ਆਪਾਂ ਦੇਖਣੀ ਹੈ, ਜਦੋਂ ਵੀ ਆਪਾਂ ਮੂਵਮੈਂਟਾਂ ਦੀ ਗੱਲ ਕਰਾਂਗੇ, ਜਦੋਂ ਵੀ ਆਪਾਂ ਲੋਕਾਂ ਨੂੰ ਆਪਾਂ ਜਾਗਰੂਕ ਕਰਨਾ ਹੈ, ਅਵੇਕ ਕਰਨਾ ਹੈ, ਲੋਕਾਂ ਨੂੰ ਆਪਾਂ ਮਤਲਬ ਕੀ ਸਿੱਧੇ ਰਾਸਤੇ ਪਾਉਣਾ ਹੈ, ਤਾਂ ਇਹਦੇ 'ਚ ਆਪਾਂ ਦੋ ਸਕੂਲਸ ਦੀ ਗੱਲ ਕਰਾਂਗੇ। ਸਕੂਲ ਇੱਥੇ ਉਹ ਨਹੀਂ ਹੈਗੇ, ਇੱਕ ਸਰਕਾਰੀ ਤੇ ਪ੍ਰਾਈਵੇਟ। ਸਕੂਲ ਦਾ ਮਤਲਬ ਆਪਾਂ ਕਹਿੰਦੇ ਦੋ ਰਸਤੇ ਹੈ, ਰਿਫਾਰਮ ਲਿਆਉਣ ਦੇ ਦੋ ਰਸਤੇ ਹੁੰਦੀ ਹੈ। ਇੱਕ ਤਾਂ ਆਪਣਾ ਹੁੰਦਾ ਹੈ ਰਿਫਾਰਮਿਸਟ, ਇੱਕ ਤਾਂ ਆਪਾਂ ਅੱਗੇ ਆਹ ਵਰਡ ਵਰਤਿਆ ਕਰਾਂਗੇ, ਇੱਕ ਹੁੰਦਾ ਰਿਵਾਈਵਲਿਸਟ। ਬਹੁਤ ਧਿਆਨ ਨਾਲ ਸੁਣਨਾ ਹੈ, ਕਿਉਂਕਿ ਆਪਾਂ ਨੂੰ ਪੇਪਰ ਵਾਲੇ ਨੇ ਅਕਸਰ ਆਪਾਂ ਦੇਣਾ ਤਾਂ ਪੇਪਰ ਹੈ, ਕੋਈ ਇਹ 'ਚ ਆਪਾਂ ਬਾਹਲੇ ਵੱਡੇ ਵਿਦਵਾਨ ਨਹੀਂ ਬਣਨੇ, ਇਸ ਟੌਪਿਕ ਦੇ ਵਿੱਚੋਂ ਸਕਾਲਰ ਨਹੀਂ ਬਣਨਾ। ਕਹਿੰਦਾ ਮਤਲਬ ਕੀ ਆਪਾਂ ਐਗਜ਼ਾਮ ਕਰੈਕ ਕਰਨਾ। ਜਦੋਂ ਵੀ ਆਪਾਂ ਰਿਫਾਰਮ ਮੂਵਮੈਂਟਾਂ ਪੜਾਂਗੇ, ਚਾਹੇ ਬ੍ਰਹਮੋ ਸਮਾਜ ਹੈ, ਚਾਹੇ ਆਰਿਆ ਸਮਾਜ ਹੈ, ਪ੍ਰਾਰਥਨਾ ਸਮਾਜ ਹੈ, ਜੋ ਵੀ ਸਮਾਜ ਆਪਾਂ ਦੇਖਾਂਗੇ, ਪੇਪਰ ਵਾਲਾ ਆਪਾਂ ਨੂੰ 4 ਆਪਸ਼ਨ ਦੇ ਕੇ ਪੁੱਛ ਸਕਦਾ ਵੀ ਇਹਦੇ ਵਿੱਚੋਂ ਰਿਫਾਰਮਿਸਟ ਕਿਹੜੀ ਮੂਵਮੈਂਟ ਹੈ ਤੇ ਰਿਵਾਈਵਲਿਸਟ ਕਿਹੜੀ ਮੂਵਮੈਂਟ ਹੈ। ਹੁਣ ਰਿਫਾਰਮਿਸਟ ਮਤਲਬ ਆਪਾਂ ਦੇਖ ਹੀ ਲਿਆ ਵੀ ਹੌਲੀ ਹੌਲੀ ਜੋ ਵੀ ਚੀਜ਼ ਆਪਣੇ ਦੇਸ਼ 'ਚ ਚੱਲ ਰਹੀ ਹੈ, ਬਸ ਉਹਦੇ ਵਿੱਚ ਥੋੜਾ ਬਹੁਤ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨਾ। ਹੁਣ ਆਪਾਂ ਕਹਿ ਦਿੰਦੇ ਆ ਰਿਫਾਰਮਿਸਟ, ਵੀ ਧਰਮ ਆਪਣਾ ਸਹੀ ਹੈ, ਸਭ ਕੁਝ ਆਪਣਾ ਸਹੀ ਹੈ, ਪਰ ਜਿਹੜਾ ਵਿੱਚ ਮਾੜਾ ਮੋਟਾ ਪੋਲਿਊਸ਼ਨ ਆ ਗਿਆ, ਉਹ ਪੋਲਿਊਸ਼ਨ ਆਪਾਂ ਨੂੰ ਸਾਫ਼ ਕਰਨਾ ਚਾਹੀਦਾ, ਨਹੀਂ ਆਪਣਾ ਫਿਰ ਦਮ ਘੁੱਟਣ ਲੱਗ ਜਾਊਗਾ। ਇਟ ਇਜ਼ ਦਾ ਬਿਲੀਫ ਡੈਟ ਰਿਫਾਰਮਿਸਟ ਕੀ ਹੈ, ਇੱਕ ਗ੍ਰੈਜੂਅਲ ਪ੍ਰੋਸੈਸ ਹੈ, ਗ੍ਰੈਜੂਅਲ ਚੇਂਜ ਹੈ। ਇਟ ਇਜ਼ ਬਿਲੀਫ ਡੈਟ ਗ੍ਰੈਜੂਅਲ ਚੇਂजेस, ਮਤਲਬ ਹੌਲੀ ਹੌਲੀ ਹੁੰਦਾ ਸੁਧਾਰ। ਰਿਫਾਰਮ ਰਾਤੇ ਰਾਤ ਨਹੀਂ ਆਉਂਦਾ। ਆਹ ਵਰਡ ਬਹੁਤ ਕੀਮਤੀ ਲਿਖਿਆ ਵਿੱਚ ਮੈਂ, ਗ੍ਰੈਜੂਅਲ ਪਤਾ ਲੱਗ ਗਿਆ ਆਪਾਂ ਨੂੰ। ਗ੍ਰੈਜੂਅਲ ਚੇਂਜ ਹੈ ਥਰੂ ਐਂਡ ਵਿਦਿਨ ਦਾ ਐਗਜ਼ਿਸਟਿੰਗ ਇੰਸਟੀਟਿਊਸ਼ਨਸ, ਵੀ ਜੋ ਆਪਣੇ ਦੇਸ਼ ਚੱਲ ਰਿਹਾ ਹੈ ਉਹਦੇ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਨੀ ਹੈ, ਉਹ ਆਪਣੀ ਮੂਵਮੈਂਟ ਹੋਊਗੀ ਰਿਫਾਰਮਿਸਟ। ਕੈਨ ਅਲਟੀਮੇਟਲੀ ਚੇਂਜ ਅ ਸੋਸਾਇਟੀਜ਼ ਫੰਡਾਮੈਂਟਲ ਸਿਸਟਮ ਐਂਡ ਸਟਰਕਚਰ, ਵੀ ਜਿਹੜਾ ਢਾਂਚਾ, ਜਿਹੜਾ ਆਪਣਾ ਮੂਲ ਸਿਸਟਮ ਹੈ ਕਿਸੇ ਵੀ ਧਰਮ ਦਾ ਜਾਂ ਕਿਸੇ ਵੀ ਜਾਤ ਪਾਤ, ਕੁਝ ਵੀ ਹੈ, ਉਹਦੇ ਵਿੱਚ ਜੇਕਰ ਆਪਾਂ ਸੁਧਾਰ ਲਿਆਉਣ ਦੀ ਗੱਲ ਕਰਾਂਗੇ, ਹੌਲੀ ਹੌਲੀ ਲਿਆਵਾਂਗੇ। ਐ ਨਹੀਂ ਵੀ ਆਪਾਂ ਪਹਿਲੇ ਦਿਨ ਹੀ ਆਪਾਂ ਕਿਸੇ ਪਰੰਪਰਾ ਦੇ ਖਿਲਾਫ ਬੋਲ ਪਾਂਗੇ ਤੇ ਬਾਅਦ ਫਿਰ ਅਗਲੇ ਦਿਨ ਤੁਸੀਂ ਇੱਥੇ ਆਉਣੇ ਨਹੀਂ, ਇਹੋ ਜਿਹੀ ਮੂਵਮੈਂਟ ਚਲਾਉਂਗੇ। ਕੀ ਪਤਾ ਰਾਜਾ ਰਾਮ ਮੋਹਨ ਰਾਏ ਤੋਂ ਪਹਿਲਾਂ ਕਿੰਨੇ ਕੁ ਬੰਦੇ ਨੇ ਚਲਾਈ ਹੋਊਗੀ। ਲੱਖਾਂ ਬੰਦਾ ਆਪਣੇ ਮੁਲਕ ਦੇ ਵਿੱਚ, ਲੱਖਾਂ ਵਿਦਵਾਨ ਪਰਸਨੈਲਿਟੀਆਂ, ਇਕੱਲਾ ਰਾਜਾ ਰਾਮ ਮੋਹਨ ਰਾਏ ਨੂੰ ਕਿਉਂ ਜਾਣਦੇ ਆ? ਕਿਉਂਕਿ ਉਹ ਪੜ੍ਹੇ ਲਿਖੇ ਸੀ, ਉਹਨਾਂ ਨੇ ਸਟੈਪ ਹੌਲੀ ਹੌਲੀ ਚੱਕੇ। ਕਿ ਸਿੱਧਾ 1 ਲੱਖ ਤੋਂ ਬੋਲਣ ਨਾਲ ਬੰਦਾ ਅਗਲੇ ਇੱਥੇ ਹੁੰਦਾ ਨਹੀਂ। ਤੇ ਕੁੱਲ ਮਿਲਾ ਕੇ ਇਹ ਚੀਜ਼ ਤਾਂ ਹੀ ਤਾਂ ਕਹਿੰਦੇ ਆ ਰਿਫਾਰਮ। ਰਿਵਾਈਵਲਿਸਟ ਕੀ ਹੁੰਦਾ ਹੈ? ਰਿਵਾਈਵਲਿਸਟ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਸਿਸਟਮ ਢਾਂਚਾ ਦੇਸ਼ ਚੱਲ ਰਿਹਾ ਹੈ, ਇਹ 'ਚ ਸੁਧਾਰ ਨਹੀਂ ਆਪਾਂ ਲਿਆਉਣਾ, ਗ੍ਰੈਜੂਅਲ ਕੁਛ ਨਹੀਂ, ਵੀ ਸਿੱਧਾ ਪਿੱਛੇ ਚੱਲੋ। ਮਤਲਬ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਥੇ ਸਮਝਾਵਾਂ ਤਾਂ ਹਿੰਟ ਦੇ ਕੇ ਸਮਝਾ ਦਿੰਦਾ। ਜਿਵੇਂ ਇੱਕ ਆਪਾਂ ਅੱਗੇ ਨਾਰਾ ਪੜਾਂਗੇ, ਗੋ ਬੈਕ ਟੂ ਵੇਦਾਸ, ਗੋ ਬੈਕ ਟੂ ਵੇਦਾਸ, ਗੋ ਬੈਕ ਟੂ ਵੇਦਾਸ। ਇਹਦਾ ਕੀ ਮਤਲਬ ਹੈ?
ਕਹਿੰਦੇ ਜਿਹੜੀ ਵੈਦਿਕ ਏਜ ਸੀ, ਜਿਹੜੇ ਆਪਾਂ ਐਂਸ਼ੀਅੰਟ ਹਿਸਟਰੀ ਵਿੱਚ ਪੜ੍ਹ ਕੇ ਆਏ ਹਾਂ, ਵੈਦਿਕ ਏਜ, ਵੈਦਿਕ ਸੋਸਾਇਟੀ, ਕਹਿੰਦੇ ਆਪਾਂ ਨੂੰ ਦੁਬਾਰੇ ਉਹ ਚਾਹੀਦਾ ਜਿਹੜਾ ਕਹਿੰਦੇ ਉਦੋਂ ਬਾਅਦ ਜਿਹੜਾ 1500 ਸਾਲਾਂ ਦੇ ਵਿੱਚ ਜੋ ਕੁਝ ਵੀ ਹੋਇਆ ਹੈ, ਕਹਿੰਦਾ ਉਹ ਸਭ ਖਤਮ ਹੈ, ਸਭ ਕਹਿੰਦਾ ਖਤਮ ਕਰੋ। ਕਹਿੰਦਾ ਉਸਨੇ ਆਪਣੇ ਮੁਲਕ ਨੂੰ ਕੀ ਹੈ ਬੈਕਵਰਡ ਕਰਤਾ, ਉਸਨੇ ਆਪਣੇ ਮੁਲਕ ਨੂੰ ਤਬਾਹ ਕਰਤਾ, ਉਸਨੇ ਆਪਣੇ ਕਲਚਰ ਨੂੰ ਤਬਾਹ ਕਰਤਾ, ਆਪਣੇ ਧਰਮਾਂ ਨੂੰ ਤਬਾਹ ਕਰਤਾ। ਉਹਨੂੰ ਆਪਾਂ ਕਹਿੰਦੇ ਆ ਰਿਵਾਈਵਲਿਸਟ। ਜੇ ਹਲੇ ਵੀ ਸਮਝੇ ਅੱਗੇ ਹੌਲੀ ਹੌਲੀ ਸਮਝਾ ਦਿੰਦੇ ਆ ਆਪਾਂ। ਰਿਵਾਈਵਲਿਜ਼ਮ ਦਾ ਮਤਲਬ ਕੀ ਹੁੰਦਾ, ਦੇਖੋ ਫੋਕਸਡ ਔਨ 골ਡਨ ਐਂਸ਼ੀਅੰਟ ਪੀਰੀਅਡ ਆਫ ਇੰਡੀਆ, ਵੀ ਆਪਣਾ ਜਿਹੜਾ ਸੁਨਹਿਰੀ ਦੌਰ ਸੀ ਵੀ ਉੱਥੇ ਵਾਪਸ ਚੱਲੋ। ਵੀ ਸੰਨ ਵਿੱਚ ਚਾਹੇ ਆਪਣੇ ਵੇਦਾਸ ਤੋਂ ਬਾਅਦ ਕੀ ਆਏ, ਕੁਰਾਨ ਸਾਏ, ਉਪਨਿਸ਼ਦ ਸਾਏ, ਉਹ ਵੀ ਖਤਮ ਕਰੋ। ਉਹਨਾਂ ਨੇ ਵੀ ਬਹੁਤ ਰੀਤੀ ਰਿਵਾਜ ਅੱਗੇ ਆਪਣੇ ਦੇਸ਼ ਲਿਆਂਦੇ ਆ ਜਿਨ੍ਹਾਂ ਨੇ ਆਪਣੇ ਧਰਮਾਂ ਨੂੰ ਕਮਜ਼ੋਰ ਕੀਤਾ, ਉਹ ਹੁੰਦੇ ਆ ਰਿਵਾਈਵਲਿਸਟ। ਜਿਵੇਂ ਆਰੀਆ ਸਮਾਜ, ਆਰੀਆ ਸਮਾਜ ਨੇ ਕਿਸੇ ਨੂੰ ਨਹੀਂ ਮੰਨਿਆ, ਉਹ ਕੱਲੇ ਵੇਦਾਂ ਨੂੰ ਮੰਨਦੇ ਆ। ਵੈਸੇ ਨਾਰਾ ਆਰੀਆ ਸਮਾਜ ਵਾਲਿਆਂ ਦਾ ਹੀ ਹੈ, ਗੋ ਬੈਕ ਟੂ ਵੇਦਾਸ, ਜਿਹਦਾ ਆਪਾਂ ਸਵਾਮੀ ਦਯਾਨੰਦ ਸਰਸਵਤੀ ਵਰਗਿਆਂ ਦੀ ਗੱਲ ਕਰਾਂਗੇ। ਸਮਝ ਗਏ ਮੇਰੀ ਗੱਲ? ਸੋ ਇਹ ਰਿਵਾਈਵਲਿਸਟ ਹੈ। ਇਹ ਦੋਨੇ ਅੱਖਰ ਹੌਲੀ ਹੌਲੀ ਆਪਾਂ ਨੂੰ ਵਿਦ ਦ ਪੈਸੇਜ ਆਫ ਟਾਈਮ ਸਮਝਾਉਣ ਲੱਗ ਜਾਣਗੇ। ਮੇਰੇ ਹਿਸਾਬ ਨਾਲ ਫਿਰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਸਮਝ ਗਏ ਹੋਵੋਗੇ ਤੁਸੀਂ। ਜੇ ਮੈਨੂੰ ਸਹੀ ਤਰੀਕੇ ਨਾਲ ਨਹੀਂ ਵੀ ਦੱਸਣਾ ਆ ਗਿਆ ਪਰ ਤੁਸੀਂ ਸਮਝ ਗਏ ਹੋਵੋਗੇ। ਐਂਡ ਐਫਰਟਸ ਟੂ ਬ੍ਰਿੰਗ ਬੈਕ ਦ ਪਾਸਟ ਗਲੋਰੀ, ਵੀ ਜਿਹੜਾ ਆਪਣਾ ਪਾਸਟ ਹੈ ਆਪਾਂ ਵਾਪਸ ਉੱਥੇ ਹੀ ਜਾਣਾ ਬਸ, ਤੇ ਆਪਣਾ ਸਮਾਜ ਸੈੱਟ ਹੋ ਜਾਊਗਾ। ਕੁਝ ਨਹੀਂ ਆਪਾਂ ਨੂੰ ਸਮਝ ਕਰਨ ਦੀ ਲੋੜ। ਦੋਨਾਂ ਦਾ ਮਕਸਦ ਕੀ ਹੈ? ਉਹੀ ਹੈ ਵੀ ਸੁਧਾਰ ਲਿਆਉਣਾ। ਬਸ ਰਿਵਾਈਵਲਿਸਟ ਦਾ ਥੋੜਾ ਤਰੀਕਾ ਹੋ ਰਿਹਾ ਉੱਥੇ ਪਹੁੰਚਣ ਦਾ, ਤੇ ਰਿਫਾਰਮਿਸਟ ਦਾ ਤਰੀਕਾ ਹੋ ਰਿਹਾ। ਬਸ ਬੋਥ ਰਿਫਾਰਮਿਸਟ, ਰਿਵਾਈਵਲਿਸਟ tried to change the structure of the society। ਦੋਨਾਂ ਦਾ ਆਬਜੈਕਟਿਵ ਇਹੀ ਹੈ ਵੀ ਮੁਲਕ ਨੂੰ ਕਾਲੇ ਦੌਰ ਚੋਂ ਕੱਢਣਾ ਹੈ, ਮੁਲਕ ਨੂੰ ਆਪਾਂ ਅਨਲਾਈਟਨ ਕਰਨਾ ਹੈ, ਲੋਕ ਜਾਗਰੂਕ ਕਰਨੇ ਆ, ਸਿਆਣੇ ਕਰਨੇ ਆ, ਉਹਨੂੰ ਆਪਦੇ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਐਜੂਕੇਸ਼ਨ ਸਪਰੈਡ ਕਰਨੀ ਹੈ, ਚਾਈਲਡ ਮੈਰਿਜ ਦੇ ਖਿਲਾਫ ਬੋਲਣਾ ਹੈ, ਕਾਸਟ ਸਿਸਟਮ ਦੇ ਖਿਲਾਫ ਬੋਲਣਾ ਹੈ, ਗਰਲ ਐਜੂਕੇਸ਼ਨ ਦੇ ਖਿਲਾਫ ਬੋਲਣਾ ਹੈ, ਸਤੀ ਪ੍ਰਥਾ ਬੰਦ ਕਰਨੀ ਹੈ, ਅਪਲਿਫਟਮੈਂਟ ਆਫ ਦਾ ਵੂਮਨ ਕਰਨਾ ਹੈ। ਇਹ 7-8 ਲੈਣਾ ਹੈ। ਇੱਕ ਸਮਾਜ ਦਾ ਇਹੀ ਕੰਮ ਹੋਣਾ ਹੈ। ਤਾਂ ਹੀ ਮੈਂ ਤੁਹਾਨੂੰ ਆਖੀ ਜਾਂਦਾ ਕਹਾਂ ਤਾਂ ਬਸ ਬੰਦੇ ਹੀ ਯਾਦ ਕਰਨੇ ਆ ਵੀ ਆਹ ਸਮਾਜ ਕੌਣ ਲੈ ਆਇਆ, ਸਮਾਜ ਕੌਣ ਲੈ ਆਇਆ, ਇਹਦਾ ਕੀ ਮਤਲਬ ਹੈ। ਪਰ 2-4 ਜ਼ਿਆਦੇ ਮੇਨ ਬੰਦੇ ਆ, ਉਹ ਆਪਾਂ ਅੱਜ ਡਿਟੇਲ ਚ ਪੜ ਲਾਂਗੇ। ਬਸ ਛੋੜੋ ਫਿਰ, ਕਿਉਂ ਵੇਸਟ ਕਰਦੇ ਟਾਈਮ ਆਪਾਂ। ਰਾਜਾ ਰਾਮ ਮੋਹਨ ਰਾਏ ਐਂਡ ਬ੍ਰਹਮੋ ਸਮਾਜ, ਇਹ ਆਪਣੇ ਮੁਲਕ ਦਾ ਫਾਦਰ, ਇਸ ਬੰਦੇ ਨੂੰ ਆਪਣੇ ਮੁਲਕ ਦਾ ਪਿਤਾਮਾ ਕਹਿੰਦੇ ਆ, ਪੁਨਰ ਜਾਗਰਣ ਦਾ। ਇਹ ਹੈ ਬੰਦਾ ਜਿੱਥੋਂ ਆਪਣੀ ਸਾਰੀ ਕਹਾਣੀ ਸਟਾਰਟ ਹੋਣੀ ਹੈ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟ ਦੀ। ਪਰ ਆਪਾਂ ਵੀ ਉੱਥੇ ਹੀ ਕਰਾਂਗੇ। ਇਹਨਾਂ ਆਪਾਂ ਸ਼ਾਰਟਸ ਨੂੰ ਪਤਾ, ਤੁਸੀਂ ਆਪ ਹੀ ਸਿਆਣੇ ਹੋ, ਨਾਮ ਕਾਫੀ ਵੱਡਾ ਹੈ, ਰਾਜਾ ਰਾਮ ਮੋਹਨ ਰਾਏ। ਤੇ ਬ੍ਰਹਮੋ ਸਮਾਜ ਦੀ ਆਪਾਂ ਅੱਗੇ ਗੱਲ ਕਰਾਂਗੇ। ਬਟ ਫਿਲਹਾਲ ਆਪਾਂ ਪਹਿਲਾਂ ਰਾਜਾ ਰਾਮ ਮੋਹਨ ਰਾਏ ਜੀ ਬਾਰੇ ਜਿਹੜੇ ਪੁਆਇੰਟ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਆ ਉਹ ਆਪਾਂ ਦੇਖਦੇ ਹਾਂ। ਸੋ ਇਹਨਾਂ ਨੂੰ ਬੱਚੋ ਕੰਸੀਡਰ ਕੀਤਾ ਜਾਂਦਾ ਹੈ ਪਹਿਲਾ ਹਿੰਦੁਸਤਾਨੀ ਜਿਨ੍ਹਾਂ ਨੇ ਟਰਾਈ ਕੀਤਾ ਆਪਣੇ ਮੁਲਕ ਦੀ ਜਿਹੜੀ ਸੁਸਾਇਟੀ ਹੈ, ਜਿਹੜਾ ਡਾਰਕ ਏਜ ਹੈ, ਉਹ ਗੋਰੇ ਆਪਣੇ ਮਿਡੀਵਲ ਏਜ ਨੂੰ ਕੀ ਕਹਿੰਦੇ ਆ, ਡਾਰਕ ਏਜ ਕਹਿੰਦੇ ਆ। ਵੀ ਲੋਕ ਇੱਥੇ ਅਨਸਿਵਲਾਈਜ਼ਡ ਪੀਪਲ ਹੈ, ਵੀ ਅਸੀਂ ਤਾਂ ਲੋਕਾਂ ਨੂੰ ਸਿਵਲਾਈਜ਼ਡ ਕਰਨ ਆਏ ਹਾਂ। ਗੋਰੇ ਵੀ ਮਤਲਬ ਆਈ ਮੁੱਢ ਤੇ ਰੱਖ ਕੇ ਚਲਾਉਂਦੇ ਹੁੰਦੇ ਸੀ ਆਪਣੇ। ਪਰ ਰਾਜਾ ਰਾਮ ਮੋਹਨ ਰਾਏ ਦਾ ਹੀ ਮੇਨ ਕੰਮ ਇਹੀ ਹੈ, ਜਿਹਦੇ ਕਰਕੇ ਫਿਰ ਆਪਾਂ ਬੱਚੇ ਇਹਨਾਂ ਨੂੰ ਕੀ ਕਹਿੰਦੇ ਆ, ਆ ਤਿੰਨੇ ਨਾਮ ਪੇਪਰ ਪੁੱਛੇ ਜਾ ਸਕਦੇ ਆ। ਆਪਾਂ ਇਹਨਾਂ ਨੂੰ ਫਾਦਰ ਆਫ ਮਾਡਰਨ ਇੰਡੀਆ ਕਹਿੰਦੇ ਆ, ਆਪਾਂ ਇਹਨਾਂ ਨੂੰ ਫਾਦਰ ਆਫ ਇੰਡੀਅਨ ਰੈਨੇਸਾਂ ਕਹਿੰਦੇ ਆ, ਪੁਨਰ ਜਾਗਰਣ ਕਹਿੰਦੇ ਆ, ਆਪਾਂ ਇਹਨਾਂ ਨੂੰ ਪੁਲ ਕਹਿੰਦੇ ਆ ਆਪਣੇ ਪਾਸਟ ਤੇ ਫਿਊਚਰ ਦਾ। ਸੋ ਇਹ ਵਿਚਾਲੇ ਲੱਗੇ ਆਪਣੇ ਸਮਾਜ ਨੂੰ, ਜਿਹੜਾ ਆਪਣੇ ਸਮਾਜ ਚ ਵਿਚਾਰਾ ਜਕੜਿਆ ਪਿਆ ਮਿਡੀਵਲ ਕਾਲੇ ਦੌਰ ਚ, ਉਹ ਖਿੱਚ ਕੇ ਫਿਰ ਫਿਊਚਰ ਚ ਲੈ ਕੇ ਆਊਗਾ। ਤੇ ਲੋਕਾਂ ਚ ਫਿਰ ਕੀ ਹੈ, ਇੱਕ ਹਿਸਾਬ ਨਾਲ ਪ੍ਰਚਾਰ ਹੋਊਗਾ ਕਾਹਦਾ, ਸਿੱਖਿਆ ਦਾ, ਲਿਬਰਟੀ ਦਾ, ਇਕੁਐਲਿਟੀ ਦਾ, ਫਰੈਟਰਨਿਟੀ ਦਾ, ਡੈਮੋਕ੍ਰੇਸੀ ਦਾ, ਲੋਕਾਂ ਨੂੰ ਮਤਲਬ ਅਵੇਅਰਨੈਸ ਕ੍ਰੀਏਟ ਕਰਨ ਦਾ। ਇਹ ਤੇ ਇੱਕ ਨਾਮ ਰਹਿ ਗਿਆ ਵੈਸੇ ਆਪਣਾ, ਕਿਉਂਕਿ ਇਹਨਾਂ ਨੂੰ ਫਾਦਰ ਕਿਹਾ ਜਾਂਦਾ ਹੈ। ਹਾਂ ਨਹੀਂ ਲਿਖਿਆ, ਮੈਂ ਇੱਥੋਂ ਲਿਖਾ ਦਿੰਦਾ ਪੁਆਇੰਟ ਬੱਚੋ, ਇਹਨਾਂ ਨੂੰ ਫਾਦਰ ਵੀ ਕਿਹਾ ਜਾਂਦਾ ਹੈ ਆਫ ਇੰਡੀਅਨ ਨੈਸ਼ਨਲਿਜ਼ਮ। ਇਹਨਾਂ ਨੂੰ ਫਾਦਰ ਕਿਹਾ ਜਾਂਦਾ ਹੈ ਆਫ ਇੰਡੀਅਨ ਨੈਸ਼ਨਲਿਜ਼ਮ, ਫਾਦਰ ਆਫ ਇੰਡੀਅਨ ਨੈਸ਼ਨਲਿਜ਼ਮ। ਫਾਦਰ, ਇਹ ਰੰਗ ਦੀ ਨਾ ਕਹੂੰ ਤਾਂ ਮੈਂ ਚੇਂਜ ਕਰ ਲੈਣਾ, ਥੋੜਾ ਕੋਈ ਪਤਾ ਨਹੀਂ ਬਹਾਨੇ ਭਾਲਦੇ ਹੁੰਦੇ ਕਈ ਵਾਰ ਤਾਂ। ਫਾਦਰ ਆਫ ਇੰਡੀਅਨ ਨੈਸ਼ਨਲਿਜ਼ਮ, ਇਹ ਵੈਸੇ ਪਤਾ ਕਿਉਂ ਮੇਨ ਹੈ, ਕਿਉਂਕਿ ਮੈਂ ਇਹ 4-5 ਦਿਨ ਪਹਿਲਾਂ ਹੀ ਪੜ੍ਹ ਕੇ ਹਟਿਆ ਸੀ। ਫਾਦਰ ਆਫ ਇੰਡੀਅਨ ਨੈਸ਼ਨਲਿਜ਼ਮ ਕਿਹਾ ਜਾਂਦਾ ਹੈ, ਇਹ ਟਾਈਟਲ ਦਿੱਤਾ ਸੀ ਰਵਿੰਦਰਨਾਥ ਟੈਗੋਰ ਜੀ ਨੇ। ਆਹ ਪੜ੍ਹਿਆ ਸੀ ਮੈਂ ਕਿਤਾਬ ਦੇ ਵਿੱਚ, ਕਿਤਾਬਾਂ ਪੜ੍ਹਨ ਦਾ ਹੀ ਫਾਇਦਾ ਹੁੰਦਾ ਹੈ। ਟਾਈਟਲ ਗਿਵਨ ਬਾਏ ਰਵਿੰਦਰਨਾਥ ਟੈਗੋਰ। ਇਹ ਟਾਈਟਲ ਬੱਚੋ ਦਿੱਤਾ ਸੀ ਰਵਿੰਦਰਨਾਥ ਟੈਗੋਰ ਜੀ ਨੇ, ਠੀਕ ਹੈ ਨਾ। ਇਹ ਨੋਟ ਆਪਦਾ ਵੀਡੀਓ ਪੌਜ਼ ਕਰਕੇ ਕਰ ਲਿਓ। ਚਲੋ ਫਿਰ ਵਾਪਸ ਆਪਾਂ ਰੰਗ ਲੱਗੇ ਫੇਵਰਟ।
ਕੁੜੀਆਂ ਦਾ ਫੇਵਰਟ ਕਲਰ ਹੈ। ਚਲੋ ਇਹ ਆਪਾਂ ਰਾਜਾ ਰਾਮ ਮੋਹਨ ਬਰੀਫ ਇੰਟਰੋਡਕਸ਼ਨ ਹੈ, ਆ ਵੀ ਆਪਾਂ ਯਾਦ ਕਰਨਾ ਕਿ ਤਾਂ ਮੈਨੂੰ ਵੀ ਸਾਡਾ ਲੈਵਲ ਬੜਾ ਹਾਈ ਹੈ, ਅਸੀਂ ਹੁਣ ਆ ਯਾਦ ਕਰਕੇ ਵੀ ਕਦੋਂ ਜਨਮ ਹੋਇਆ। ਪੇਪਰ 'ਚ ਕੋਈ ਵੀ ਪੁਆਇੰਟ ਪੁੱਛਿਆ ਜਾ ਸਕਦਾ ਹੈ। ਜਨਮ ਹੋਇਆ 1772 ਦੇ ਵਿੱਚ, ਪਿੰਡ ਦਾ ਨਾਮ ਰਾਧਾ ਨਗਰ ਹੈ, ਵੈਸਟ ਬੰਗਾਲ ਦੇ ਵਿੱਚ। ਤੇ ਇਹ ਆਪਣੇ ਬਹੁਤ ਹੀ ਮਤਲਬ ਕੀ ਹੈ, ਬਹੁਤ ਨਜਾਇਜ਼ ਵਿਦਵਾਨ ਪਰਸਨੈਲਿਟੀ ਮੰਨੀ ਗਈ ਹੈ। ਆ 3 ਨਾਮ ਆਪਾਂ ਬਿਨਾਂ ਗੱਲੋਂ ਥੋੜੀ ਦਿੱਤੇ ਹੈ, ਵਿੱਚ ਆ ਕੇ ਬੂਥਾ ਪਹੁੰਚਦੇ ਤੇ 18ਵੀਂ ਸਦੀ ਦੇ ਵਿੱਚੋਂ ਬੰਦੇ ਦਾ ਦਿਮਾਗ ਇੰਨਾ ਸੀ, ਬੰਦੇ ਨੇ 20ਵੀਂ ਸਦੀ ਜਾ ਕੇ ਹਜੇ ਕੁਝ ਸੋਚਿਆ ਸੀ। ਇੰਨਾ ਸਮੇਂ ਤੋਂ ਫਾਰਵਰਡ ਵੀ ਕੀ ਆਖ ਜਿੰਨਾ ਆਪਣਾ ਰਾਜਾ ਰਾਮ ਮੋਹਨ ਰਹੇ ਸੀ। ਦਰਜਨਾਂ ਤਾਂ ਇਹਨਾਂ ਨੂੰ ਭਾਸ਼ਾਵਾਂ ਆਉਂਦੀਆਂ ਸੀ, ਦਰਜਨਾਂ ਭਾਸ਼ਾਵਾਂ। ਕਾਹਦੇ ਵਾਸਤੇ? ਵੀ ਮੈਂ ਸਾਰੇ ਗ੍ਰੰਥ ਓਰੀਜਨਲ ਪੜ੍ਹਨੇ ਹੈ। ਇਹਨਾਂ ਨੇ ਗ੍ਰੀਕ ਭਾਸ਼ਾ ਸਿੱਖੀ, ਇਹਨਾਂ ਨੇ ਹਿਬਰੂ ਭਾਸ਼ਾ ਸਿੱਖੀ ਬਾਈਬਲ ਨੂੰ ਪੜ੍ਹਨ ਵਾਸਤੇ, ਜਦ ਕਿ ਬਾਈਬਲ ਦੀ ਟ੍ਰਾਂਸਲੇਸ਼ਨ ਅੰਗਰੇਜ਼ੀ 'ਚ ਹੋ ਚੁੱਕੀ ਹੈ। ਲੇਕਿਨ ਮੈਂ ਟ੍ਰਾਂਸਲੇਸ਼ਨ ਨਹੀਂ ਪੜ੍ਹਦਾ, ਮੈਂ ਓਰੀਜਨਲ ਪੜ੍ਹੂੰਗਾ, ਕਿਉਂਕਿ ਜਦੋਂ ਵੀ ਆਪਾਂ ਕਿਸੇ ਚੀਜ਼ ਦਾ ਟ੍ਰਾਂਸਲੇਸ਼ਨ ਕਰਦੇ ਹਾਂ ਉਹਦਾ ਮੀਨਿੰਗ ਕਿਤੇ ਨਾ ਕਿਤੇ ਤਾਂ ਪੱਕਾ ਮਾੜਾ ਮੋਟਾ ਚੇਂਜ ਹੋਊਗਾ। ਇਹ ਤਾਂ ਹੀ ਤਾਂ ਓਰੀਜਨਲ ਚੀਜ਼ ਓਰੀਜਨਲ ਹੀ ਹੁੰਦੀ ਹੈ ਤੇ ਨਕਲੀ ਨਕਲੀ ਹੁੰਦੀ ਹੈ, ਐਵੇਂ ਨਹੀਂ ਕਹਿੰਦੇ। ਹੁਣ ਇਹਨਾਂ ਨੇ ਫਿਰ ਅਰਬੀ ਭਾਸ਼ਾ ਸਿੱਖੀ, ਫਾਰਸੀ ਸਿੱਖੀ ਕੁਰਾਨ ਨੂੰ ਸਮਝਣ ਦੇ ਲਈ, ਵੀ ਹਰ ਧਰਮ ਦਾ, ਕ੍ਰਿਸਚੈਨਿਟੀ ਬਾਰੇ ਇਹਨਾਂ ਨੂੰ ਨੌਲੇਜ ਹੈ, ਇਸਲਾਮ ਬਾਰੇ ਇਹਨਾਂ ਨੂੰ ਨੌਲੇਜ ਹੈ, ਹਰ ਧਰਮ ਦੀ ਨੌਲੇਜ, ਸੈਂਕੜੇ ਭਾਸ਼ਾਵਾਂ ਜਾਣਦੇ ਆ, 12-13 ਤਾਂ ਇੰਟਰਨੈਸ਼ਨਲ ਭਾਸ਼ਾਵਾਂ ਵੀ ਜਾਣਦੇ ਸੀ। ਇੰਨਾ ਬੰਦਾ ਪੜ੍ਹਿਆ ਲਿਖਿਆ ਸੀ ਬੱਚੋ। ਇੱਥੇ ਆਪਾਂ ਨੂੰ ਪੰਜਾਬੀ ਤੋਂ ਬਿਨਾਂ ਆਪਾਂ ਅੰਗਰੇਜ਼ੀ 'ਚ ਅੱਜ ਤੱਕ ਵੀ ਅੜੀ ਜਾਂਦੇ ਹਾਂ, ਤੇ ਹਿਸਾਬ ਲਾ ਲਓ। ਹੀ ਬਿਕੇਮ ਪ੍ਰੋਫਾਊਂਡ ਲਰਨਰ ਐਂਡ ਸਕਾਲਰ ਸੀ ਬੰਦਾ, ਅਰਬੀ ਭਾਸ਼ਾ ਦਾ, ਫਾਰਸੀ, ਪਰਸ਼ੀਅਨ ਦਾ, ਫਿਰ ਆਪਣਾ ਸੰਸਕ੍ਰਿਤ ਦਾ, ਅੰਗਰੇਜ਼ੀ ਦਾ, ਬੰਗਾਲੀ ਦਾ, ਗ੍ਰੀਕ ਦਾ, ਲੈਟਿਨ ਦਾ, ਇੱਕ ਹੋਰ ਲਿਖ ਲਓ ਜਿਹੜੀ ਮੇਨ ਹੈ ਹਿਬਰੂ। ਆ ਮੈਂ ਦੇਸੀ ਹੈ, REW ਪਾਇਆ, HEBREW। ਫਿਰ ਤੁਹਾਨੂੰ ਪਤਾ ਜਿਹੜਾ ਅਗਲਾ ਮੇਨ ਪੁਆਇੰਟ ਹੈ, ਇਹਨਾਂ ਨੇ ਈਸਟ ਇੰਡੀਆ ਕੰਪਨੀ ਫਿਰ ਕੰਮ ਸਟਾਰਟ ਕੀਤਾ। ਉਹੀ ਗੱਲ ਹੋ ਗਈ ਨਾ, ਇਹ ਸਾਰਾ ਹੋਇਆ ਤਾਂ ਗੋਰਿਆਂ ਦੇ ਆਉਣ ਕਰਕੇ ਹੀ ਹੈ, ਤੇ ਇਸ ਚੀਜ਼ ਤਾਂ ਆਪਾਂ ਨਕਾਰ ਨਹੀਂ ਸਕਦੇ। ਤੇ ਇਹਨਾਂ ਨੇ ਫਿਰ ਉੱਥੇ ਮੁਨਸ਼ੀ ਦਾ ਕੰਮ ਕੀਤਾ, ਇਸ ਨੂੰ ਪਤਾ ਹੋਣਾ ਚਾਹੀਦਾ। ਜਦੋਂ ਆਪਾਂ ਜੁਡੀਸ਼ਰੀ ਦੀ ਗੱਲ ਕੀਤੀ ਸੀ ਨਾ, ਐਪੀਲੇਟ ਕੋਰਟ ਕਿੱਥੇ ਸੀ ਆਪਣੀ? ਮੁਰਸ਼ਿਦਾਬਾਦ ਵਿੱਚ। ਯਾਦ ਹੈ ਜਦੋਂ ਮੈਂ ਸਾਰੇ ਗਵਰਨਰ ਜਨਰਲ ਪੜ੍ਹਾਏ ਸੀ, ਉੱਥੇ ਮੈਂ ਸਾਰੇ ਜੁਡੀਸ਼ਰੀ ਦਾ ਢਾਂਚਾ ਤੁਹਾਨੂੰ ਦਿੱਤਾ ਸੀ, ਕਿਵੇਂ ਕਿਵੇਂ ਆਪਾਂ ਅਪੀਲ ਕਰ ਸਕਦੇ ਹਾਂ। ਉਹ ਪੁਆਇੰਟ ਉੱਥੇ ਜਾ ਕੇ ਦੇਖੋ, ਜੇ ਭੁੱਲ ਗਏ ਤਾਂ ਕਾਪੀ ਚੱਕੋ, ਰਿਵੀਜ਼ਨ ਕਰੋ ਆਪਦੀ। ਸੋ ਇਹਨਾਂ ਨੇ ਮੁਨਸ਼ੀ ਦੀ ਜੌਬ ਕੀਤੀ ਹੋਈ ਹੈ, ਰਜਿਸਟਰਾਰ ਆਫ ਐਪੀਲੇਟ ਕੋਰਟ ਦੇ ਵਿੱਚ, ਕਿੱਥੇ? ਮੁਰਸ਼ਿਦਾਬਾਦ। ਚਲੋ ਵੀ ਫਿਰ ਇਹਨਾਂ ਦਾ ਕੰਮ ਬੱਚੋ ਮੇਨ ਸਟਾਰਟ ਹੁੰਦਾ ਹੈ ਜਦੋਂ ਇਹਨਾਂ ਨੂੰ ਅਵੇਅਰਨੈਸ ਆ ਗਈ, ਜਦੋਂ ਸਤੀ ਪ੍ਰਥਾ ਆਪਾਂ ਦੇਖਿਆ, ਜਦੋਂ ਇਹ ਚੀਜ਼ ਇਹਨਾਂ ਦੇ ਆਪ ਦੇ ਘਰੇ ਵਾਪਰ ਗਈ, ਇਹਨਾਂ ਦੀ ਆਪ ਦੀ ਸਿਸਟਰ ਇਨ ਲਾਅ ਸਤੀ ਪ੍ਰਥਾ ਦਾ ਸ਼ਿਕਾਰ ਹੋ ਗਈ ਸੀ। ਉਦੋਂ ਬਾਅਦ ਤਾਂ ਦਿਮਾਗ ਹਿੱਲਣ ਵਾਲੀ ਗੱਲ ਹੋ ਗਈ ਵੀ ਇਹ ਤਾਂ ਆਪਣੇ ਮਤਲਬ ਮੁਲਕ ਇਹ ਗੱਲਾਂ ਨੂੰ ਐਡਾ ਨਾਰਮਲ ਮੰਨੀ ਬੈਠਾ ਕਿ ਤਾਂ ਜ਼ਰੂਰੀ ਹੈ, ਵੀ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਨਾਰਮਲ ਹੈ। ਕਿੱਡੀ ਗੱਲ ਹੈ ਜੀ, ਵੀ ਕੋਈ ਸਤੀ ਹੁੰਦਾ ਤਾਂ ਵੀ ਉਹ ਔਰਤ ਨੂੰ ਬਾਹਰ ਨਿਕਲਣ ਦੀ। ਪਿੰਡਾਂ ਦੇ ਵਿੱਚ ਤਾਂ ਇਹ ਅੱਜ ਤੱਕ ਵੀ ਚੱਲੀ ਜਾਂਦਾ ਵੀ ਔਰਤ ਨੂੰ ਤਾਂ ਮਤਲਬ ਇਨਸਾਨ ਹੀ ਨਹੀਂ ਮੰਨਦੇ। ਬਹੁਤ ਜਿਹੜੇ ਬੈਕਵਰਡ ਪਿੰਡ ਹੈ ਉੱਥੇ ਤਾਂ ਆਪਾਂ ਮਤਲਬ ਬਾਅਦ ਚ ਆਪਾਂ ਦੇਖਾਂਗੇ ਵੀ ਇਹ ਜਦੋਂ ਆਪਾਂ ਸਮਾਜ ਦੀ ਗੱਲ ਕਰਾਂਗੇ ਨਾ, ਉੱਥੇ ਆਪਾਂ ਦੇਖਾਂਗੇ ਵੀ ਔਰਤਾਂ ਨੂੰ ਕਿਵੇਂ ਐਜ਼ ਅ ਆਬਜੈਕਟ ਤੌਰ ਤੇ ਟ੍ਰੀਟ ਕਰਦੇ ਸੀ। ਜਿਵੇਂ ਪੋਲੀਗੈਮੀ ਹੈ, ਪੋਲੀਗੈਮੀ ਦਾ ਮਤਲਬ ਕੀ ਹੁੰਦਾ ਸੀ? ਉਸ ਸਮੇਂ ਰਾਜਾ ਰਾਮ ਮੋਹਨ ਰਾਏ ਵਰਗੇ ਦੇਖ ਕੇ ਹਿੱਲੇ ਪਏ ਹੈ, ਇੱਕ ਬੰਦਾ 50-50 ਵਿਆਹ ਕਰਾਈ ਜਾਂਦਾ, ਕਿਉਂ? ਦਹੇਜ ਦਾ ਮਾਰਾ। ਉਹ ਦਹੇਜ ਦੀ ਪਲੀ ਜਾਂਦਾ, ਕੋਈ ਆਏ ਨਹੀਂ, ਕੁਛ ਨਹੀਂ। 60 ਸਾਲ ਦਾ ਬੁੜਾ 10 ਸਾਲ ਦੀ ਕੁੜੀ ਨਾਲ ਵਿਆਹ ਕਰੀ ਜਾਂਦਾ ਸੀ। ਇੰਨਾ ਕੁਛ ਆਪਣੇ ਸਮਾਜ ਸਭ ਕੁਛ ਚੱਲੀ ਜਾਂਦਾ ਤੇ ਨਾਰਮਲ ਸੀ। ਕਹਿੰਦੇ ਕਿੱਡੀ, ਇਹ ਤਾਂ ਨਾਰਮਲ ਹੈ, ਇਹ ਤਾਂ ਪੁੰਜਾ ਚੀਜ਼। ਜਿਵੇਂ ਅੱਜ ਆਪਣੇ ਕਾਲੇ ਵਰਗੇ ਗੋਲੇ ਵਰਗੇ ਆਮ ਗੱਲਾਂ ਹੀ ਹੈ। ਹੁਣ ਆਪਾਂ ਨੂੰ ਇਹ ਕੋਈ ਅਗਲੀ ਵੀ ਆਪਾਂ ਨੂੰ ਕੋਈ ਮਤਲਬ ਇਹ ਖਰਾਬੀ ਲੱਗਦੀ ਹੈ ਵੀ ਕਾਲਾ ਕਹੂਗਾ ਵੀ ਮੈਂ ਤਾਂ ਹੁਣ DC ਕੋਲ ਜਾਣਾ, ਮੈਨੂੰ ਕਾਲਾ ਕਹਿੰਦੇ ਆ, ਇਹ ਚੱਲਦਾ ਉਹ ਚੱਲੀ ਜਾਂਦਾ। ਸੋ ਇਹੀ ਤਾਂ ਚੀਜ਼ਾਂ ਲੈ ਕੇ ਆਉਣਗੇ, ਇਸ ਸਮੇਂ ਤੋਂ ਅੱਗੇ ਦੀਆਂ ਗੱਲਾਂ ਕਰਨਗੇ। ਇਹਨੇ 1817 ਹੀ ਐਸਟੈਬਲਿਸ਼ਡ ਹਿੰਦੂ ਕਾਲਜ। ਇਸ ਨੂੰ ਮੈਂ ਵੈਸੇ ਪੁਆਇੰਟ ਪਹਿਲਾਂ ਲਿਖਾਇਆ ਹੋਇਆ ਹੈ। ਜਦੋਂ ਆਪਾਂ ਗੱਲ ਕਰੀਏ ਡਿਵੈਲਪਮੈਂਟ ਆਫ ਐਜੂਕੇਸ਼ਨ ਦੀ, ਕਿੱਥੇ ਕੀਤਾ? ਕਲਕੱਤਾ ਦੇ ਵਿੱਚ। ਕਿਹਦੀ ਹੈਲਪ ਦੇ ਨਾਲ? ਡੇਵਿਡ ਹਾਇਰ ਅਲੋਂਗ ਵਿਦ ਰਾਧਾ ਕਾਂਤ ਦੇਵ। ਇਹ ਆਪਾਂ ਪੁਆਇੰਟ ਯਾਦ ਰੱਖਣਾ ਹੈ। ਫਿਰ ਆਹ ਪੁਆਇੰਟ ਉਦੋਂ ਵੀ ਕੀਮਤੀ, ਕੱਲਾ ਪੁਆਇੰਟ ਸਿਰੇ ਦਾ। ਫਿਰ ਕਹਿੰਦੇ 1821 ਦੇ ਵਿੱਚ ਇਹਨਾਂ ਨੇ ਬੱਚੋ ਬੰਗਾਲੀ ਵੀਕਲੀ। ਪਹਿਲੀ ਗੱਲ ਤਾਂ ਉਹਨਾਂ ਸਮਿਆਂ ਦੇ ਵਿੱਚ ਅਖਬਾਰ ਜ਼ਿਆਦਾਤਰ ਵੀਕਲੀ ਹੀ ਆਉਂਦੇ ਸੀ। ਤੁਸੀਂ ਆਪ ਸਿਆਣੇ ਹੋ ਯਾਰ, ਉਹ ਹੁਣ ਖਬਰਾਂ ਅੱਜ ਥੋੜੀ ਹੁੰਦੀਆਂ। ਹੁਣ ਅੱਜ ਦਾ ਖਬਰਾਂ 5-5 ਮਿੰਟ ਬਾਅਦ ਚੱਲੀ ਜਾਂਦੀਆਂ, 5-5 ਫਲਾਣੇ ਦਾ ਆਹ ਹੋ ਗਿਆ, ਉੱਥੇ ਆਹ ਹੋ ਗਿਆ, ਜਿਉਂ ਹੋ ਗਿਆ। ਅੱਧੀ ਦੁਨੀਆ ਤਾਂ ਆਪਣਾ ਅੱਧਾ ਮੁਲਕ ਦਾ ਫੇਸਬੁੱਕ ਤੇ ਲਾਈਵ ਹੋਇਆ ਬੈਠਾ। ਅਮਰਤਮਾਨ ਖਾੜੇ ਚੋਂ ਭੱਜ ਗਿਆ, ਉਹ ਖਬਰ ਬਣੀ ਪਈ ਹੈ, ਫਲਾਨੀ ਖਬਰ ਬਣ ਗਈ, ਧੌਂਕੀ ਖਬਰ ਬਣ ਗਈ, ਇੱਥੇ ਅਟੈਕ ਹੋ ਗਿਆ, ਉੱਥੇ ਇਹ ਹੋ ਗਿਆ। ਸੋ ਉਹਨਾਂ ਸਮੇਂ ਤੇ ਇੰਨੀਆਂ ਖਬਰਾਂ ਹੁੰਦੀਆਂ ਨਹੀਂ ਸੀ, ਤਾਂ ਕਰਕੇ ਵੀਕਲੀ ਅਖਬਾਰ ਹੀ ਹੁੰਦੇ ਸੀ। ਤੇ ਕਿਹੜਾ ਅਖਬਾਰ ਇਹਨਾਂ ਦਾ? ਸੰਵਾਦ ਕੌਮਦੀ। ਤੇ ਇਹ ਆਪਣੇ ਮੁਲਕ ਦਾ ਪਹਿਲਾ ਨਿਊਜ਼ਪੇਪਰ ਹੈ। ਸਭ ਤੋਂ ਸਿਰੇ ਦਾ ਪੁਆਇੰਟ, ਜਿਹੜਾ ਕਿ ਇਹ ਐਡਿਟ ਵੀ ਆਪ ਕਰਿਆ ਸੀ ਤੇ ਮੈਨੇਜ ਵੀ,
ਸਭ ਤੋਂ ਵੱਡੀ ਗੱਲ ਕੀ ਹੈ, ਪਬਲਿਸ਼ ਵੀ ਆਪ ਕੀਤਾ ਸੀ, ਕਿਉਂਕਿ ਆਮ ਤੌਰ ਤੇ ਉਦੋਂ ਪ੍ਰੈਸ ਪਬਲਿਸ਼ ਉਦੋਂ ਆਪਣੇ ਯੂਕੇ ਦੀ ਹੁੰਦੇ ਸੀ ਜਾਂ ਪੁਰਤਗਾਲੀ ਹੁੰਦੇ ਸੀ, ਯਾਦ ਹੈ ਪ੍ਰੈਸ ਪੁਰਤਗਾਲੀ ਲੈ ਕੇ ਆਏ ਸੀ। ਇਹ ਪਹਿਲਾਂ ਆਪਾਂ ਯਾਦ ਰੱਖਣਾ ਹੈ, ਸੰਵਾਦ ਕੌਮ ਦੀ, ਸਮਝ ਗਏ। ਚਲੋ ਵੀ ਵੈਸੇ ਸੰਵਾਦ ਕੌਮ ਦੀ ਦਾ ਮਤਲਬ ਕੀ ਹੁੰਦਾ, ਮੂਨ ਆਫ ਇੰਟੈਲੀਜੈਂਸ। ਜੇ ਆਪਾਂ ਇਹਦਾ ਮੀਨਿੰਗ ਦੱਸਣਾ ਹੋਵੇ ਨਾ ਅੰਗਰੇਜ਼ੀ ਦੇ ਵਿੱਚ, ਇਹਦਾ ਮਤਲਬ ਹੁੰਦਾ ਹੈ ਮੂਨ ਆਫ ਇੰਟੈਲੀਜੈਂਸ, ਮੂਨ ਆਫ इंटेलिजेंस, मून ऑफ इंटेलिजेंस, ज्ञान का चांद। बस ने ज्ञान की गल ही करनी है, ज्ञान का चांद, ज्ञान का चंद ते आपां ऐं याद रख सकते हैं, ठीक है ना। फिर 1822 च भाई एक होर लैके आंदे इन्हां ने, ये फारसी है, ये अपना किहड़ा है मिरात उल अकबर। ये की है, मिरर ऑफ इंटेलिजेंस। इसका मीनिंग क्या होता है, ये पेपर वाला पक्का गेम खेडू बच्चों नाल, क्योंकि बच्चे नाम याद कर ला मैंने पता है करते हैं। मिरात उल अकबर हो गया, अखबार वाला हो गया, जां अपना संवाद हो गया, वो आ याद करनगे। मून ऑफ इंटैलीजेंस ते मिरर ऑफ इंटैलीजेंस, ज्ञान का शीशा। ज्ञान की गल ही करनी है, लॉजिक की गल ही करनी है इस बंदे ने, चाहे वो आपदे धर्म, क्योंकि जो ब्रह्मो समाज है ना, चलो ब्रह्मो समाज देखेंगे आप, ब्रह्मो समाज यही स्टार्ट करनगे। फिर इन्होंने बच्चों की लिखा, इन्होंने लिखा गिफ्ट टू मोनोथीस्ट, जिहदा अगेन फारसी फिर लिखी पी है तोहफत अल मुवाहुद्दीन। ये पेपर वाला आपां नूं ज्यादातर तां आ पा दिंदा है जां आ पा दिंदा है। पहली गल तां बच्चे आई उलझे पे हुंदे भी आ काम हो रहा है, वो काम हो रहा है, ये सेम ही है। जिहदे विच इन्हां ने की आर्ग्यू कीता, आ देखो किन्नी वड्डी गल उन्हां समयां च बोलणी, चाहे देख लो भी किहड़े हिसाब नाल लोकां दे अग लगी हो ਜਦੋਂ ਇਹਨਾਂ ਨੇ ਪਹਿਲੀ ਵਾਰ ਆਰਗਿਊ ਕੀਤਾ ਮੋਨੋਥੀਜ਼ਮ ਦੇ ਵਿਰੁੱਧ। ਕੀ ਬਾਤ ਹੈ, ਕਿਉਂਕਿ ਹਿੰਦੂਇਜ਼ਮ ਦੇ ਵਿੱਚ ਆਪਾਂ ਨੂੰ ਪਤਾ ਹੈ, ਅਕਸਰ ਹੀ ਆਪਾਂ ਆਪਦੀ ਡੇਲੀ ਲਾਈਫ ਸੁਣਦੇ ਆਂ ਵੀ ਕਰੋੜਾਂ ਦੇਵੀ ਦੇਵਤਾ, ਉਹਨੂੰ ਆਪਾਂ ਕੀ ਕਹਿੰਦੇ ਨੇ, ਕਰੋੜਾਂ ਦੇਵੀ ਦੇਵਤਾ, ਵੀ ਆਪਣਾ ਭਾਈ ਕੀ ਆ ਪੋਲੀਥੀਜ਼ਮ। ਨਹੀਂ, ਇਸ ਚੀਜ਼ ਤੋਂ ਇਹਨਾਂ ਨੇ ਸਿਰੇ ਤੋਂ ਨਕਾਰਤਾ। ਰਾਜਾ ਰਾਮ ਮੋਹਨ ਰਾਏ ਨੇ ਇਹ ਕਹਿੰਦਾ ਬ੍ਰਹਮੋ ਸਮਾਜ ਕੀ ਹੈ, ਸੁਸਾਇਟੀ ਆਫ ਗੋਡ, ਕਹਿੰਦਾ ਸਭ ਰੱਬ ਦੇ ਬੰਦੇ ਹੈ, ਤੇ ਕਹਿੰਦਾ ਰੱਬ ਗੋਡ ਇੱਕੋ ਹੀ ਹੈ, ਕਹਿੰਦਾ ਉਹ ਵੀ ਕਣ ਕਣ ਦੀ ਹੈ, ਇਸ ਸ੍ਰਿਸ਼ਟੀ ਦੇ ਕਣ ਕਣ ਚ ਵਸਦਾ ਹੈ, ਹਰ ਬੰਦੇ ਚ ਗੋਡ ਵਸਦਾ ਹੈ, ਇੱਕੋ ਹੀ ਕਹਿੰਦਾ ਗੋਡ ਹੁੰਦਾ ਹੈ। ਇਹ ਸਭ ਤੋਂ ਵੱਡੀ ਦੇਣ ਰਾਜਾ ਰਾਮ ਮੋਹਨ ਰਾਏ ਦੀ, ਉਹਨਾਂ ਸਮਿਆਂ ਚ ਬੋਲਿਆ। ਉਹਨਾਂ ਸਮਿਆਂ ਚ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਬੰਦੇ ਨੂੰ ਕਿੰਨਾ ਖਤਰਾ ਹੋ ਬੋਲਣ ਲੱਗੇ। ਤੁਸੀਂ ਇਹ ਚੀਜ਼ ਇਮੈਜਿਨ ਕਰੋ, ਅੱਜ ਵੀ ਆਪਾਂ ਕਿਸੇ ਚੀਜ਼ ਦੇ ਖਿਲਾਫ ਕੋਈ ਮਾੜਾ ਮੋਟਾ ਬੋਲ ਗਏ ਤਾਂ ਬੰਦੇ ਨੂੰ ਨਾਲ ਦੀ ਨਾਲ ਥ੍ਰੈਟ ਕਾਲਸ ਆ ਜਾਂਦੀਆਂ ਨਾਲ ਦੀ ਨਾਲ। ਉਹਨਾਂ ਸਮੇਂ ਚ ਬੰਦਾ ਬੋਲਿਆ, ਇਹ ਤਾਂ ਕੁਝ ਵੀ ਨਹੀਂ। ਇਹਨਾਂ ਨੇ ਸ਼ਰੇਆਮ ਸਿਰੇ ਤੋਂ ਨਕਾਰਤਾ ਸੀ ਅਵਤਾਰ ਵਰਸ਼ਿਪ ਨੂੰ। ਇਹ ਕਹਿੰਦੇ ਗੋਡ ਦੇ ਕੋਈ ਅਵਤਾਰ ਨਹੀਂ ਹੁੰਦੇ, ਕਹਿੰਦੇ ਗੋਡ ਦਾ ਕੋਈ ਰੂਪ ਨਹੀਂ, ਗੋਡ ਦਾ ਕੋਈ ਰੂਪ ਨਹੀਂ, ਗੋਡ ਇੱਕੋ ਹੀ ਹੈ, ਕਹਿੰਦਾ ਉਹਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦਾ ਕਿ ਫਲਾਨਾ ਅਵਤਾਰ ਧੌਂਕਾ ਅਵਤਾਰ। ਇਸ ਚੀਜ਼ ਨੂੰ ਸਿਰੇ ਤੋਂ ਨਕਾਰਿਆ ਹੈ, ਪੋਲੀਥੀਜ਼ਮ ਨੂੰ ਸਿਰੇ ਤੋਂ ਨਕਾਰਿਆ ਹੈ, ਕਾਸਟ ਸਿਸਟਮ ਨੂੰ ਸਿਰੇ ਤੋਂ ਨਕਾਰਿਆ ਹੈ, ਸਤੀ ਪ੍ਰਥਾ ਨੂੰ ਸਿਰੇ ਤੋਂ ਨਕਾਰਿਆ ਹੈ, ਸਭ ਕੁਝ। ਸਭ ਤੋਂ ਵੱਡੀ ਗੱਲ ਹੋਰ ਦੇਖੋ, ਮੂਰਤੀ ਪੂਜਾ ਜਿਹੜੀ ਆਪਣੇ ਹੱਡਾਂ 'ਚ ਰਚੀ ਵੀ ਹੈ, ਇਹ ਕਹਿੰਦਾ ਬੰਦ ਕਰੋ ਮੂਰਤੀ ਪੂਜਾ ਦੇ ਖਿਲਾਫ। ਇੰਨੇ ਕਾਸੇ ਦੇ ਖਿਲਾਫ ਐਵੇਂ ਨਹੀਂ ਆਪਾਂ ਇੰਨੇ ਕਾਸੇ ਦਾ ਫਾਦਰ ਬਣਾਇਆ, ਫਾਦਰ ਆਫ ਮਾਡਰਨ ਇੰਡੀਆ, ਫਾਦਰ ਆਫ ਰੈਨੇਸੈਂਸ, ਫਾਦਰ ਆਫ ਇੰਡੀਅਨ ਨੈਸ਼ਨਲਿਜ਼ਮ, ਬਹੁਤ ਨਾਂ ਬੰਦੇ ਦੇ। ਅਗਲਾ ਪੁਆਇੰਟ ਉਦੋਂ ਵੀ ਘੈਂਟ ਹੈ, ਕੀ ਲਿਖਿਆ ਬੱਚੋ, ਦੀ ਪਰਸੈਪਟਸ ਆਫ ਜੀਸਸ। ਕ੍ਰਿਸਚੈਨਿਟੀ ਦੇ ਚੰਗੇ ਚੰਗੇ ਪੁਆਇੰਟ ਚੱਕਣਗੇ। ਬ੍ਰਹਮੋ ਸਮਾਜ ਦੀ ਖਾਸ ਗੱਲ ਪਤਾ ਕੀ ਹੈ, ਇਹ ਰਿਫਾਰਮਿਸਟ ਵੀ ਹੋਣਗੇ, ਇਹ ਰਿਵਾਈਵਲਿਸਟ ਵੀ ਹੋਣਗੇ, ਇਹ ਬਲੈਂਡਿੰਗ ਕਰਨਗੇ, ਇਹ ਮਿਕਸਚਰ ਕਰਨਗੇ। ਇਹ ਕਹਿੰਦੇ ਵੈਸਟਰਨ ਆਈਡੀਆਜ਼, ਵੈਸਟਰਨ ਥਾਟਸ, ਵੈਸਟਰਨ ਐਜੂਕੇਸ਼ਨ, ਕਹਿੰਦੇ ਉਹ ਗਲਤ ਨਹੀਂ। ਰਾਜਾ ਰਾਮ ਮੋਹਨ ਰਾਏ ਕਹਿੰਦਾ ਉਹ ਦੇਸ਼ 'ਚ ਹੋਣੀ ਚਾਹੀਦੀ। ਕਲਚਰ ਕਹਿੰਦਾ ਆਪਣਾ ਵੀ ਬਹੁਤ ਚੰਗਾ, ਉਹ 'ਚ ਆਪਾਂ ਸੁਧਾਰ ਕਰੋ, ਜਿਹੜੀਆਂ ਆਪਣੇ ਸਮਾਜ 'ਚ ਕੁਰੀਤੀਆਂ ਉਹ 'ਚ ਆਪਾਂ ਸੁਧਾਰ ਕਰੋ। ਸੇ ਇਹ ਰਿਫਾਰਮਿਸਟ ਤੇ ਰਿਵਾਈਵਲਿਸਟ ਦਾ ਮਿਕਸਚਰ ਹੈ ਜਿਹੜਾ ਆਪਣਾ ਰਾਜਾ ਰਾਮ ਮੋਹਨ ਰਾਏ ਬ੍ਰਹਮੋ ਸਮਾਜ ਲੈ ਕੇ ਆਊਗਾ। ਬਸ ਆਹ ਮੇਨ ਚੀਜ਼ ਹੈ। ਇਹ ਸਾਰੇ ਫੈਕਚੁਅਲ ਗੱਲਾਂ ਹੀ ਹੈ, ਮੇਰੇ ਹਿਸਾਬ ਨਾਲ ਤੁਸੀਂ ਨੋਟ ਵੀ ਕਰ ਲੀਆਂ ਹੋਣਗੀਆਂ। ਵੈਰੀ ਗੁੱਡ। ਚਲੋ ਫਿਰ ਕਹਿੰਦੇ ਇਹਨਾਂ ਨੇ ਇੱਕ ਪਬਲਿਸ਼ ਕੀਤਾ, ਆਹ ਪੁਆਇੰਟ ਇਹੋ ਜਿਹੇ, ਮਿਰਾਤ ਉਲ ਅਕਬਰ ਹੋ ਗਿਆ, ਸੰਵਾਦ ਕੌਮ ਦੀ ਹੈ, ਗਿਫਟ ਮੋਨੋਥੀਸਟ ਹੈ, ਪਰਸੈਪਟ ਆਫ ਜੀਸਸ ਹੈ, ਸਭ ਨੇ ਸੁਣਿਆ ਹੁੰਦਾ ਹੈ। ਆ ਕਿਸੇ ਨੇ ਨਹੀਂ ਸੁਣਿਆ ਹੋਇਆ, ਇਹ ਸਿਰਫ ਤੁਸੀਂ ਸੁਣੋਗੇ ਖਾਸ ਬੰਦੇ। ਇਹਨੇ ਇੱਕ ਵਰਕ ਪਬਲਿਸ਼ ਕੀਤਾ ਹੈ, ਮਹਾ ਨਿਰਵਾਣ ਤੰਤਰ, ਜਿਹਦੇ ਨਾਲ ਬੱਚੋ ਵਿਲੀਅਮ ਕੈਰੀ ਤੇ ਵਿਦਿਆ ਬਾਗਿਸ਼, ਉੱਥੇ ਡੇਵਿਡ ਹੇਅਰ ਸੀ ਤੇ ਰਾਧਾ ਕਾਂਤ ਸੀ। ਜਦੋਂ ਆਪਾਂ ਹਿੰਦੂ ਕਾਲਜ ਦੀ ਗੱਲ ਕੀਤੀ ਹੈ, ਪਰਸਨੈਲਿਟੀਆਂ 4 ਆਪਸ਼ਨ ਦੇ ਕੇ ਪੇਪਰ ਦੇ ਵਿੱਚ ਸਿੱਧਾ ਪੁੱਛੀਆਂ ਜਾਣਗੀਆਂ। ਫਿਰ ਫਾਈਨਲੀ ਇਹਨਾਂ ਨੇ ਲਾਰਜ ਸਕੇਲ ਦੀ ਮੂਵਮੈਂਟ ਚਲਾਈ ਬੱਚੋ, ਐਂਟੀ ਸਤੀ ਸਟਰਗਲ। ਇਹ ਸਭ ਤੋਂ ਵੱਡੀ ਦੇਣ ਹੈ 1818 ਦੇ ਵਿੱਚ, ਤੇ ਫਾਈਨਲੀ ਇਹਨੂੰ ਫਲ ਵੀ ਮਿਲ ਗਿਆ।
ਜਦੋਂ ਸਰਕਾਰ ਗਵਰਨਰ ਜਨਰਲ ਨੇ ਇਹਦੇ ਖਿਲਾਫ ਬਾਕੀ ਐਕਟ ਪਾਸ ਕੀਤਾ ਤੇ ਇਹਨੂੰ ਇੱਕ ਕ੍ਰਾਈਮ ਮੰਨਿਆ ਆਪਣੇ ਦੇਸ਼ ਦੇ ਵਿੱਚ। ਫਾਈਨਲੀ ਹਿਸ ਐਫਰਟਸ ਵਰ ਰਿਵਾਰਡਡ, ਫਾਈਨਲੀ ਫਿਰ ਫਲ ਮਿਲ ਗਿਆ ਜਦੋਂ ਲਾਰਡ ਵਿਲੀਅਮ ਬੈਂਟਿਕ ਨੇ ਪਾਸ ਕੀਤਾ ਰੈਗੂਲੇਸ਼ਨ ਐਕਟ। ਆ ਯਾਦ ਰੱਖਣਾ ਕੀ ਕਹਿੰਦੇ ਪੂਰਾ, ਪੇਪਰ ਵਾਲਾ ਇੱਥੇ ਹੋ ਸਕਦਾ 18 ਪਾ ਦੇ ਜਾਂ ਪੇਪਰ ਵਾਲਾ 20 ਪਾ ਦੇ, ਯਾਦ ਰੱਖਿਓ 61 ਵੀ 17 ਬਣ ਗਿਆ, ਆ 10 ਹੈ, ਆ 5 ਹੈ, ਆ 2 ਹੈ। 1829 ਦੇ ਵਿੱਚ 4 ਦਸੰਬਰ, ਕੀ ਬਾਤ ਹੈ, ਅਗਲੇ ਦਿਨ ਹੀ ਮੈਂ ਹੋ ਗਿਆ 5 ਦਸੰਬਰ ਨੂੰ ਜਨਮ, ਵਿੱਚ ਡਿਕਲੇਅਰਡ ਦੀ ਪ੍ਰੈਕਟਿਸ ਆਫ ਸਤੀ ਅ ਕ੍ਰਾਈਮ। ਸਮਝ ਗਏ, ਹੁਣ ਕਿਤੇ ਨਾ ਮੰਨ ਲਓ ਮੈਂ 1829 ਦਾ ਹੋਇਆ ਮੈਂ 5 ਦਸੰਬਰ 91 ਦਾ, ਪਰ ਜਨਮ ਮੇਰਾ 5 ਦਸੰਬਰ ਜਿਵੇਂ ਕਹਿੰਦੇ ਵੀ ਮਾਡਲ ਪੁਰਾਣਾ ਹੋ ਗਿਆ, ਸੋ ਮੇਰਾ ਮਾਡਲ ਆਪਦੀ ਪੁਰਾਣਾ ਦਸੰਬਰ ਜੇ ਜਨਮ ਹੋ ਗਿਆ ਉਹਦਾ ਸਾਲ ਗਿਆ, ਇਹ ਅੱਗੇ ਜਾ ਕੇ ਪਤਾ ਲੱਗਦਾ। ਸੋ ਇਹਨੇ ਬੱਚੋ ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ। ਰਾਜਾ ਰਾਮ ਮੋਹਨ ਰਾਏ ਨੇ ਬਹੁਤ ਕੀ ਹੈ ਟੌਪ ਕਲਾਸ ਕੰਮ ਕੀਤੇ ਹੈ। ਸੋ ਫਾਈਨਲੀ ਮੇਰੇ ਹਿਸਾਬ ਨਾਲ ਹੁਣ ਆਪਾਂ ਦੇਖਦੇ ਹਾਂ ਇਹਨਾਂ ਦਾ ਅੰਤ ਕਰਕੇ ਬ੍ਰਹਮੋ ਸਮਾਜ ਕੀ ਚੀਜ਼ ਹੈ। 1830 ਦੇ ਵਿੱਚ ਹੁਣ ਦੇਖਣਾ ਕਿਉਂਕਿ ਇਹਨਾਂ ਦਾ ਨਾਮ ਕੀ ਹੈ, ਇਹਨਾਂ ਦਾ ਨਾਮ ਹੈ ਰਾਮ ਮੋਹਨ ਰਾਏ। ਰਾਜਾ ਨਾਮ ਕਿਹਨੇ ਦਿੱਤਾ ਸੀ? ਵੈਸੇ ਆਪਾਂ ਆਲਰੇਡੀ ਜਦੋਂ ਆਪਾਂ ਲੇਟਰ ਮੁਗਲਸ ਦੀ ਗੱਲ ਕੀਤੀ ਹੈ, ਤੁਹਾਨੂੰ ਪਤਾ ਲੇਟਰ ਮੁਗਲਸ ਕੀ ਹੈ, ਉਹੀ ਹੈ ਔਰੰਗਜ਼ੇਬ ਤੋਂ ਬਾਅਦ ਤਾਂ ਕੋਈ ਢੰਗ ਦਾ ਚੱਜ ਦਾ ਬੰਦਾ ਟੱਕਰੇ ਹੀ ਨਹੀਂ। ਉਹ ਸ਼ਾਹ ਆਲਮ 2 ਹੈ, ਉਹ ਪੈਨਸ਼ਨ ਬਕਸਰ ਦੀ ਲੜਾਈ ਛੱਤਰ ਖਾਊਗਾ ਤੇ ਪੈਨਸ਼ਨ ਮਿਲ ਜਣੀ ਇਹਨੂੰ। ਬਹਾਦਰ ਸ਼ਾਹ ਵਰਗੇ ਉਹ ਹੈ ਵਾਲਾ ਸ਼ਾਹ ਹੀ ਬੇਖਬਰ ਹੈ। ਫਿਰ ਗਾਹਾਂ ਰੰਗੀਲੇ ਰੰਗੂਲੇ ਆਈ ਗਏ ਹੈ, ਫਿਰ ਗਾਹਾਂ ਆਪਣਾ ਅਕਬਰ ਸ਼ਾਹ 2 ਆ ਗਿਆ। ਅਕਬਰ ਸ਼ਾਹ 2 ਨੇ ਰਾਜਾ ਰਾਮ ਮੋਹਨ ਰਾਏ ਜਾਂ ਰਾਮ ਮੋਹਨ ਰਾਏ ਨੂੰ ਰਾਜਾ ਦੀ ਉਪਾਧੀ ਦਿੱਤੀ ਹੈ। ਰਾਜਾ ਬਣਾ ਕੇ ਭੇਜਿਆ ਲੰਡਨ ਦੇ ਰਾਜੇ ਕੋਲੇ, ਕਹਿੰਦਾ ਯਾਰ ਮੇਰੀ ਮਾੜੀ ਜਿਹੀ ਪੈਨਸ਼ਨ ਦੀ ਗੱਲ ਨਹੀਂ ਕਰਿਆ ਜਾਂ ਥੋੜੀ ਜਿਹੀ ਵਧਾ ਦੇਣਗੇ ਖਰਚਾ ਪਾਣੀ, ਇਹ ਲੋਟ ਨਹੀਂ ਆ ਰਿਹਾ। ਆ ਹਾਲ ਹੋ ਗਿਆ ਸੀ ਲੇਟਰ ਮੁਗਲਸ ਦਾ। ਆ ਦੇਖੋ ਹੀ ਹੈਡ ਗੋਨ ਟੂ ਇੰਗਲੈਂਡ, ਇੱਥੇ ਹੀ ਆਪਣਾ ਰਾਜਾ ਰਾਮ ਮੋਹਨ ਰਾਏ ਹੈ। 1830 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਜੀ ਇੰਗਲੈਂਡ ਗਏ, ਕਿਹਦੇ ਵੱਲੋਂ ਗਏ? ਆ ਮੁਗਲ ਰਾਜੇ ਵੱਲੋਂ, ਅਕਬਰ ਸ਼ਾਹ 2 ਵੱਲੋਂ, ਜਿਨ੍ਹਾਂ ਨੇ ਮਤਲਬ ਇਹਨੂੰ ਟਾਈਟਲ ਦਿੱਤਾ ਸੀ, ਅੱਜ ਬ੍ਰੈਕਟ ਚ ਪਾਤਾ ਮੈਂ ਰਾਜਾ, ਕਾਦੇ ਵਾਸਤੇ? ਟੂ ਦ ਕੋਰਟ ਆਫ ਕਿੰਗ ਵਿਲੀਅਮ 4। ਆ ਵੀ ਯਾਦ ਰੱਖਿਓ ਉਸ ਸਮੇਂ ਰਾਜਾ ਕਿਹੜਾ ਸੀ, ਪੇਪਰ 4 ਆਪਸ਼ਨ ਦੇ ਕੇ ਪੁੱਛ ਸਕਦੇ ਆ। ਟੂ ਕਾਦੇ ਵਾਸਤੇ? ਟੂ ਪਲੀਡ ਫॉर ਇਨਕਰੀਮੈਂਟ ਇਨ ਦਾ ਐਨੂਅਲ ਪੈਨਸ਼ਨ, ਵੀ ਜਿਹੜੀ ਸਾਲਾਨਾ ਪੈਨਸ਼ਨ ਮਿਲਦੀ ਹੈ ਉਹਦੇ ਵਿੱਚ ਥੋੜਾ ਜਿਹਾ ਵਾਧਾ ਕਰਿਆ ਜਾਵੇ। ਬੁਢਾਪਾ ਪੈਨਸ਼ਨ ਕਹਿ ਲਓ ਵੀ 1000 ਤੋਂ 1500 ਕਰ ਦੋ, ਬਸ ਇਹ ਉਹ ਚੀਜ਼ ਹੈ। ਸੋ ਕੁੱਲ ਮਿਲਾ ਕੇ ਇਹ ਆਪਣਾ ਸੋਸ਼ਲ ਰਿਫਾਰਮ ਮੂਵਮੈਂਟਸ ਦਾ ਮੋਢੀ ਮੰਨਿਆ ਗਿਆ ਹੈ ਰਾਜਾ ਰਾਮ ਮੋਹਨ ਰਾਏ। 1772 ਜਨਮ ਹੋਇਆ, ਫਿਰ ਗਾਹਾਂ ਨੇ ਡੈਥ ਹੋਈ 1833। ਸਾਰਾ ਉਸ ਆਪਾਂ ਅੱਗੇ ਦੇਖਾਂਗੇ ਕਿਉਂਕਿ ਹਲੇ ਆਪਾਂ ਬ੍ਰਹਮੋ ਸਮਾਜ ਦੀ ਗੱਲ ਕਰ। ਸੋ ਬ੍ਰਹਮੋ ਸਮਾਜ ਹੁਣ ਆਪਣੇ ਬਸ ਸਾਰੇ ਆਪਣੇ ਸਮਾਜ ਸਟਾਰਟ ਹੋ ਜਾਣੇ। ਬ੍ਰਹਮੋ ਸਮਾਜ, ਆਰੀਆ ਸਮਾਜ। ਬ੍ਰਹਮੋ ਸਮਾਜ ਦੇ ਵਿੱਚ ਹੀ ਬੜੀ ਕੰਪਲੈਕਸਿਟੀ ਹੈ। ਮਤਲਬ ਪੇਪਰ ਸਵਾਲ ਆ ਗਿਆ ਆਦਿ ਬ੍ਰਹਮੋ ਸਮਾਜ ਆਫ ਇੰਡੀਆ, ਸਧਾਰਨ ਬ੍ਰਹਮੋ ਸਮਾਜ, ਕੱਲਾ ਬ੍ਰਹਮੋ ਸਮਾਜ, ਇਹ ਸਾਰੇ ਅੱਡੋ ਅੱਡੀ ਹੈ। ਇਹ ਕਿਵੇਂ ਪਾੜ ਹੌਲੀ ਹੌਲੀ ਪੈਂਦੇ ਜਾਣਗੇ, ਦਵਿੰਦਰ ਨਾਥ ਟੈਗੋਰ ਵਰਗੇ ਆ ਜਾਣਗੇ ਇਸੇ ਬ੍ਰਹਮੋ ਸਮਾਜ ਦੇ ਵਿੱਚ। ਇਸੇ ਬ੍ਰਹਮੋ ਸਮਾਜ ਚ ਕੇਸ਼ਵ ਚੰਦਰ ਸੇਨ ਆ ਜਾਊਗਾ, ਫਿਰ ਗਾਹਾਂ ਦੀ ਗਾਹਾਂ ਬਸ ਪਾੜ ਪੈਂਦਾ ਜਾਊਗਾ। ਬਸ ਸੋ ਸਿੰਪਲ ਚੀਜ਼ ਹੈ। तो फाइनली आप देख लेना बच्चों ब्रह्मो समाज पहली गल तो जो फाउंड किया उस समय इसका नाम सी ब्रह्मो सभा। कदों फाउंड किया बच्चों 1828 दे विच। फिर इसका बाद च नाम की आ शॉर्ट च राजा राम मोहन राय जी है, इन्होंने फाउंड किया ब्रह्मो समाज, फिर नाम बन गया। इस सोसाइटी का मतलब की है ब्रह्मा, ब्रह्मा मतलब की है सोसाइटी ऑफ गॉड, भी रब सोडे अंदर वसदा है, कोई सन च विचोला पाउण दी लोड़ नहीं भी आ जा तैनूं मैं रब नाल मिलावां। रब नूं कहंदे सिद्धा तुसीं आप प्राप्त करोगे, जेकर तुहाडे कर्म चंगे होणगे तुहानूं फल मिलूगा, जेकर तुसीं मेहनत करोगे कामयाबी मिलूगी, मन च चंगे ख्याल लियाओगे चंगी नींद आऊगी। ये सारा कुछ कहंदे तुहाडे ते आप दे डिपेंडेंट है, बस कोई सन च तुहानूं विचोला कहंदा पाउण दी लोड़ नहीं। इट वाज द सोसाइटी ऑफ वर्शिपर ऑफ वन गॉड। ये चीज आपां याद करनी है क्योंकि पिछे आपां की पढ़ के आए हैं, क्योंकि यही तां मोनोथीज़म दा कंसैप्ट सी। फिर किन्ना दा इको ही गॉड है, बस वन गॉड, कोई करोड़ा देवी देवता ही नहीं मनने आपां। इट एम टू प्योरीफाई हिंदुइज्म। आ पॉइंट बहुत ज्यादा डूंगा है। इत्थे आपां बाकी धर्मां दी गल नहीं कर रहे। जो ब्रह्मो समाज की पहली स्लाइड ते हजे आपां हौली हौली अगे होर नवे बंदे जुड़नगे, वो बाकी धर्मां दी गल करनी स्टार्ट करनी। फिलहाल ब्रह्मो समाज जो राजा राम मोहन राय दे कमांडर है, तो उस समय ਇਹਦੀ ਅਪਰੋਚ ਸੈਕੂਲਰ ਨਹੀਂ ਸੀ, ਬਾਕੀ ਧਰਮਾਂ ਦੀ ਗੱਲ ਨਹੀਂ ਕਰਨਗੇ। ਇਹ ਜਸਟ ਕਹਿੰਦੇ ਆਪਾਂ ਹਿੰਦੂਇਜ਼ਮ ਨੂੰ ਪਿਊਰੀਫਾਈ ਕਰਨਾ ਹੈ ਤੇ ਆਪਾਂ ਪ੍ਰੀਚ ਕਰਨਾ ਹੈ ਮੋਨੋਥੀਜ਼ਮ ਨੂੰ ਜਾਂ ਬਲੀਫ ਇਨ ਵਨ ਗॉड। ਸੋ ਇਹ ਬ੍ਰਹਮੋ ਸਮਾਜ ਦਾ ਸਭ ਤੋਂ ਸਿਰ ਦਾ ਪੁਆਇੰਟ ਹੈ।
ਜਿਹੜਾ ਸਿਰਫ ਤੁਸੀਂ ਸਹੀ ਕਰ ਸਕਦੇ ਹੋ ਬਸ। ਫਿਰ ਕਹਿੰਦੇ ਜਿਹੜੇ ਬ੍ਰਹਮੋ ਕਨਸੈਪਸ਼ਨ ਆਫ ਗੋਡ ਹੈ, ਇਸ ਨੂੰ ਸਰ ਪਿੱਛੇ ਮੈਂ ਦੱਸ ਕੀ ਆਏ ਜਦੋਂ ਆਪਾਂ ਰਾਜਾ ਰਾਮ ਮੋਹਨ ਰਾਏ ਦੀ ਗੱਲ ਕਰੀ, ਜਦੋਂ ਮੈਂ ਆਪਦੇ ਜਜ਼ਬਾਤਾਂ ਤੇ ਕਾਬੂ ਕਰਦਾ ਸੀ, ਵੀ ਛੱਡੋ ਆਪਾਂ ਅੱਗੇ ਪੜ੍ਹ ਲਾਂਗੇ। ਆ ਸਾਰਾ ਲਿਖਿਆ ਪਿਆ ਦੇਖੋ, ਇਨ ਦਾ ਬ੍ਰਹਮੋ ਕਨਸੈਪਸ਼ਨ ਆਫ ਗੋਡ, ਕਿ ਬ੍ਰਹਮੋ ਸਮਾਜ ਦਾ ਗੋਡ ਨੂੰ ਲੈ ਕੇ ਕੀ ਕਨਸੈਪਸ਼ਨ ਹੈ। ਇਹ ਕਹਿੰਦੇ ਦੇयर ਇਜ਼ ਨੋ ਪਲੇਸ, ਕਿਹੜੀ ਡਾਕਟਰਿਨ ਇਨਕਾਰਨੇਸ਼ਨ, ਕਹਿੰਦੇ ਕੋਈ ਅਵਤਾਰ ਨਹੀਂ ਹੁੰਦਾ ਗੋਡ ਦਾ, ਗੋਡ ਇੱਕੋ ਹੀ ਆ, ਉਹਦੀ ਜਗ੍ਹਾ ਕਹਿੰਦੇ ਉਹਦਾ ਸਥਾਨ ਜ਼ਿੰਦਗੀ 'ਚ ਕੋਈ ਨਹੀਂ ਲੈ ਸਕਦਾ। ਇਟ ਡਸ ਨਾਟ ਰਿਕੋਗਨਾਈਜ਼ ਐਨੀ ਸਪੈਸ਼ਲੀ, ਆ ਦੇਖੋ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਬ੍ਰਾਹਮਣ ਸੁਸਾਇਟੀ ਹੈ ਉਹ ਡੋਮੀਨੇਟ ਕਰ ਰਹੀ ਹੈ, ਉਹ ਵਿਚੋਲੇ ਬਣ ਰਹੇ ਸਨ ਦੇ ਵਿੱਚ, ਭਾਰੀਆਂ ਫੀਸਾਂ ਦਿੰਦੇ ਆ, ਬਲੀਆਂ, ਸੌ ਕੁਝ ਚੱਲਦਾ ਆਪਣੇ ਮੁਲਕ ਦੇ ਵਿੱਚ। ਸੋ ਇਸ ਚੀਜ਼ ਨੇ ਬ੍ਰਹਮੋ ਸਮਾਜ ਨੇ ਇਹਨੂੰ ਵੀ ਨਕਾਰਤਾ। ਇਹ ਕਹਿੰਦੇ ਕੋਈ ਸਪੈਸ਼ਲੀ ਪ੍ਰਿਵਿਲੇਜਡ ਪ੍ਰੀਸਟਲੀ ਕਲਾਸ ਤੁਹਾਡੇ ਸਾਹਮਣੇ ਤੇ ਵਿਚੋਲਾ ਨਹੀਂ ਬਣ ਸਕਦੀ, ਵੀ ਮੈਂ ਤੇਰਾ ਰੱਬ ਨਾਲ ਸੰਪਰਕ ਕਰਾਉਣਾ ਹੈ, ਮੇਰੇ ਅਕੋਰਡਿੰਗ ਚੱਲ, ਤੂੰ ਮੈਨੂੰ ਫੀਸ ਭਰ, ਤਾਂ ਤੇਰਾ ਪੇਪਰ ਕਰਾ ਕਿਵੇਂ ਨਹੀਂ ਹੁੰਦਾ, ਮੈਂ ਕਰਾਉਣਾ, ਪੜੂ 4 ਮੰਤਰ ਬਿਟਵੀਨ ਗॉड ਐਂਡ ਮੈਨ। ਤੇ ਪੁਆਇੰਟ ਬਹੁਤ ਕੀਮਤੀ ਹੈ, ਇਹ ਰਿਕੋਗਨਾਈਜ਼ ਨਹੀਂ ਕਰਦੇ ਐਨੀ ਸਪੈਸ਼ਲੀ ਪ੍ਰਿਵਿਲੇਜਡ ਪ੍ਰੀਸਟਲੀ ਕਲਾਸ ਨੂੰ। ਆ BS ਮਤਲਬ ਬ੍ਰਹਮੋ ਸਮਾਜ ਹੈ। ਫਿਰ ਇਹਨਾਂ ਨੇ ਐਮਫੇਸਾਈਜ਼ ਕੀਤਾ ਹਿਊਮਨ ਡਿਗਨਿਟੀ ਫॉर ਆਲ, ਬਸ ਇਹਨਾਂ ਨੇ ਆ ਰਿਸਪੈਕਟਡ ਜੀ ਗੱਲ ਕਰੀ ਹੈ। ਉਹਨਾਂ ਸਮਿਆਂ ਦੇ ਵਿੱਚ ਤੁਸੀਂ ਕਹੋਗੇ ਕਿੱਡੀ ਗੱਲ ਹੈ ਯਾਰ, 21ਵੀਂ ਸਦੀ 'ਚ ਆਪਾਂ ਆਪ ਹੀ ਕਹਿੰਦੇ ਵੀ ਹਰ ਬੰਦੇ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਵੀ ਰਾਜਾ ਰਾਮ ਮੋਹਨ ਨੇ ਕੀ ਬਾਹ ਬੜਾ ਤੀਰ ਛੱਡਤਾ, ਬਥੇਰੇ ਮੈਂ ਆਪ ਸੁਣਨਾ, ਆਪਦੇ ਦੋਸਤਾਂ ਸੁਣਦਾ ਰਿਹਾ ਵੀ ਟੁੱਟੇ ਜਿਹੇ ਪੁਆਇੰਟ ਹੈ ਯਾਰ, ਪਰ ਇਹ 18ਵੀਂ 19ਵੀਂ ਸਦੀ ਦੀ ਗੱਲ ਹੈ। ਉਸ ਸਮੇਂ ਬਰਾਬਰ ਵੂਮਨਸ ਰਾਈਟਸ ਵਾਸਤੇ, ਇਹ ਵੂਮਨ ਰਾਈਟਸ ਅੱਖਰ ਕਹਿਣੀ ਉਹਨਾਂ ਸਮਿਆਂ 'ਚ ਆਪਦੇ ਆਪ 'ਚ ਬੜੀ ਵੱਡੀ ਗੱਲ ਹੈ, ਕਿਉਂਕਿ ਉਸ ਸਮੇਂ ਆਸੇ-ਪਾਸੇ ਮਾਹੌਲ ਜਿਹੜਾ ਹੈਗਾ ਉਹੋ ਜਿਹੇ ਲੋਕ ਹੁੰਦੇ ਆ। ਸੋ ਉਹਨਾਂ ਸਮੇਂ 'ਚ ਇਹਨਾਂ ਨੇ ਗੱਲ ਕੀਤੀ ਹੈ। ਇਹਨਾਂ ਨੇ ਹਿਊਮੈਨਿਟੀ ਬਾਰੇ ਕਿੱਥੋਂ ਸਿੱਖਿਆ? ਬ੍ਰਹਮੋ ਸਮਾਜ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਹਦਾ ਪਿਆ ਸੀ? 4 ਆਪਸ਼ਨ ਦੇ ਕੇ ਪੁੱਛਣਗੇ, ਆਪਾਂ ਟਿਕ ਲਾਵਾਂਗੇ ਉਪਨਿਸ਼ਦ ਦਾ। ਆਰਿਆ ਸਮਾਜ ਤੇ ਕਿਹਦਾ ਪਿਆ? ਵੇਦਾ, ਵੇਦ ਪੜਾਂਗੇ, ਵੇਦ ਰਿਗਵੇਦ ਪੜਾਂਗੇ, ਪੜੇ ਹੋਏ ਆਪਾਂ। ਇਸ ਨੂੰ 4 ਆਪਸ਼ਨ ਦੇ ਕੇ ਉਲਝਾ ਸਕਦੇ ਆ। ਐਂਡ ਫਾਊਂਡ ਦ ਬੇਸਿਸ ਫॉर ਹਿਊਮਨ, ਇਨਸਾਨੀਅਤ ਕਿੱਥੋਂ ਸਿੱਖੀ? ਚੰਗੇ ਕਰਮ ਕਰੋ, ਝੂਠ ਨਹੀਂ ਬੋਲੋ, ਝੂਠ ਤਫਾਨੀਆਂ ਛੱਡ ਦੋ, ਅਸਤੋ ਮਾਂ ਸਦਗਮਯ ਤਮਸੋ ਮਾਂ ਜੋਤਿਰਗਮਯ, ਇਹ ਸਾਰਾ ਕੁਝ ਆਪਾਂ ਕਿੱਥੇ ਪੜ੍ਹਦੇ ਹੁੰਦੇ ਆ? ਉਪਨਿਸ਼ਦ, ਉਪਨਿਸ਼ਦ, ਉਪਨਿਸ਼ਦ। ਇਹ ਬ੍ਰਹਮੋ ਸਮਾਜ ਦੇ ਸਿਰੇ ਦੇ ਪੁਆਇੰਟ ਯਾਦ ਰੱਖਣੇ ਆ। 1828 ਚ ਐਸਟੈਬਲਿਸ਼ ਕੀਤਾ ਹੈ। ਉਸ ਸਮੇਂ ਨਾਮ ਬ੍ਰਹਮੋ ਸਭਾ ਹੈ। ਉਸ ਸਮੇਂ ਨਾਮ ਕੀ ਹੈ? ਬ੍ਰਹਮੋ ਸਭਾ। ਸਭ ਤੋਂ ਵੱਡੀ ਗੱਲ ਕੀ ਹੈ? ਮੋਨੋਥੀਜ਼ਮ, ਅਡਲਟਰੀ, ਆਈਡੋਲੇਟਰੀ ਦਾ ਮੂਰਤੀ ਪੂਜਾ, ਇਹ ਮੂਰਤੀ ਪੂਜਾ ਦੇ ਖਿਲਾਫ ਵੀ ਸੀ, ਕਾਸਟ ਸਿਸਟਮ ਦੇ ਖਿਲਾਫ ਵੀ ਸੀ, ਸਭ ਕੁਝ, ਸਤੀ ਪ੍ਰਥਾ ਦੇ ਖਿਲਾਫ ਵੀ ਸੀ। ਵੈਸੇ ਤਾਂ ਸਾਰੀਆਂ ਮੂਵਮੈਂਟ ਅੱਗੇ ਪੜਾਂਗੇ ਉਹ ਸਾਰੀਆਂ ਖਿਲਾਫ ਹੋਣਗੀਆਂ, ਤੇ ਕੋਈ ਸ਼ੱਕ ਵਾਲੀ ਗੱਲ ਨਹੀਂ, ਇਹ ਸ਼ੁਰੂਆਤ ਹੈ। ਚਲੋ ਫਿਰ ਇਹਨਾਂ ਨੇ ਆ ਸਾਰੀ ਸਲਾਈਡ ਬਹੁਤ ਸੌਖੀ ਆ ਦੇਖੋ। ਤੇ ਇਹਨਾਂ ਨੇ ਸਾਰੇ ਆਪਣੇ ਬੰਗਾਲ ਚ ਕੰਪੇਨ ਲਾਂਚ ਕੀਤੇ ਅਗੇਂਸਟ ਦਾ ਪ੍ਰੈਕਟਿਸ ਆਫ ਸਤੀ ਪੋਲੀਗੈਮੀ। ਪੋਲੀਗੈਮੀ ਮਤਲਬ ਕੀ ਹੁੰਦਾ? ਇੱਕ ਤੋਂ ਜ਼ਿਆਦਾ ਵਿਆਹ ਕਰਾਉਣੇ। ਇਹ ਤਾਂ ਆਮ ਗੱਲ ਹੀ ਹੈ। ਹੋ ਸਕਦਾ ਇਹਨਾਂ ਦੇ ਗਵਾਂਢ 'ਚ ਬੈਠਾ ਹੋਵੇ ਇਹੋ ਜਿਹਾ ਬੰਦਾ ਜਦੋਂ ਆਪਣਾ ਪੋਲੀਗੈਮੀ ਦੇ ਖਿਲਾਫ ਬੋਲਿਆ ਹੋਵੇ, ਰਾਜਾ ਰਾਮ ਮੋਹਨ ਰਾਏ ਕੰਨੀ ਬਹੁਤ ਕੌੜਾ ਝਾਕਦਾ ਹੋਊਗਾ ਵੀ ਆਹ ਦੇਖ ਲੈ ਪੋਲੀਗੈਮੀ ਨੂੰ ਮਾੜਾ ਆਖੀ ਜਾਂਦਾ ਹੈ, ਪਾਗਲ ਬੰਦਾ, ਵੀ ਮੈਂ ਸਾਡੇ ਕੰਨੀ ਮੈਂ ਤਾਂ ਆਪ 20 25 ਵਿਆਹ ਕਰਾਈ ਬੈਠਾ। ਉਦੋਂ ਗਵਾਂਢ 'ਚ ਇਹੋ ਜਿਹਾ ਕੁਝ ਹੋਈ ਜਾਂਦਾ। ਸੋ ਚਾਈਲਡ ਮੈਰਿਜ ਦੇ ਖਿਲਾਫ ਬੋਲਣਾ, ਭਰੂਣ ਹੱਤਿਆ ਦੇ ਖਿਲਾਫ ਬੋਲਣਾ, ਭਰੂਣ ਹੱਤਿਆ ਐਟਸੈਟਰਾ, ਇਹ ਕੰਮ ਸ਼ੁਰੂ ਕੀਤਾ ਆਪਣੇ ਮੁਲਕ 'ਚ ਪਹਿਲੀ ਵਾਰ। ਕੀ ਨੇ? ਆਪਾਂ ਟਿਕ ਲਾਵਾਂਗੇ ਬ੍ਰਹਮੋ ਸਮਾਜ ਨੇ। ਫਿਰ ਇਹਨਾਂ ਨੇ ਸਮਰਥਨ ਦਿੱਤਾ ਹੈ। ਇਹ ਕਹਿੰਦੇ ਜਦੋਂ ਆਪਾਂ ਹੁਣ ਸਤੀ ਹੈ, ਵਿਧਵਾ ਔਰਤ ਹੈ, ਤਾਂ ਹੁਣ ਵਿਧਵਾ ਮੰਨ ਲਓ ਆਪਾਂ ਉਹ ਸਤੀ ਨਹੀਂ ਹੋ ਰਹੀ ਤਾਂ ਉਹਨੂੰ ਦੁਬਾਰੇ ਵਿਆਹਣ ਦਾ ਪ੍ਰਾਵਧਾਨ ਹੋਣਾ ਚਾਹੀਦਾ, ਜਿਹਨੂੰ ਆਪਾਂ ਕਹਿੰਦੇ ਹਾਂ ਵਿਡੋ ਰੀਮੈਰਿਜ। ਕਹਿੰਦੇ ਆਪਾਂ ਵਿਡੋ ਦਾ ਦੁਬਾਰੇ ਵਿਆਹ ਹੋਣਾ ਚਾਹੀਦਾ ਹੈ। ਵੂਮਨ ਐਜੂਕੇਸ਼ਨ ਦੀ ਗੱਲ ਕਰੀ ਯਾਰ ਉਹਨਾਂ ਸਮਿਆਂ 'ਚ, ਕਮਾਲ ਤਾਂ ਇਹ ਹੈ। ਅੱਜ ਵੀ ਜਦੋਂ ਕੋਈ ਸਰਕਾਰੀ ਸਕੀਮ ਪੜ੍ਹਦੇ ਆ ਜਾਂ ਕੋਈ ਚੰਗੀ ਚੀਜ਼ ਪੜ੍ਹਦੇ ਆ, ਅੱਜ ਵੀ ਅਖਬਾਰ ਪੜ੍ਹਦੇ ਆ, ਤਾਂ ਇਹ ਸੁਧਾਰ ਅੱਜ ਤੱਕ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕੁਐਲਿਟੀ ਬਿਟਵੀਨ ਮੈਨ ਐਂਡ ਵੂਮਨ। ਅੱਜ ਵੀ ਸੰਵਿਧਾਨ ਦੀ ਗੱਲ ਕਰਦੇ ਆ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਪੜ੍ਹਦੇ ਆ, ਆਰਟੀਕਲ 39D, ਇਕੁਅਲ ਪੇ ਫॉर ਇਕੁਅਲ ਵਰਕ ਵਿਦਆਊਟ ਐਨੀ ਸੈਕਸ ਡਿਸਕ੍ਰਿਮੀਨੇਸ਼ਨ। तो ये तो रिफॉर्म चली जाते हैं, ये पूरे कितने होंगे अपने मुल्क च, बिल्लू बड़ा बड़ा मुल्क है, तो ये अपना ब्रह्मो समाज का काम चली जाता है। 1828 ਦੇ ਵਿੱਚ ਜਿਹੜੀ आई है, आ सब तो खास गल है भी मैं सुन की क्या सीगा कि राजा राम मोहन राय ना ही तो ਆਪਾਂ ਨੂੰ प्रॉपर रिफॉर्मिस्ट कह सकते हैं तो ना ही रिवाइवलिस्ट कह, क्योंकि ਜਿਹੜਾ कुछ अपने देश च गोरा पार्टी नाल आया है, इन्होंने उस चीज ਨੂੰ स्वीकार किया। इनफैक्ट इन्होंने संस्कृतां कालजां स्कूलों के विच कहा सी खत्म करो। एक बारी स्टेटमेंट आई हुई है राजा राम मोहन राय की, कहना अंग्रेजी होनी चाहिए है, जे कहना आप बाहर अंदर निकलना है, बाहर अंदर कहना आप निकल के लोगों चार बंदे ने खड़ना है, आप लॉजिक की साइंस की गल करनी है, कहना नहीं तो आप डार्क एज के विच ही रह जाएंगे। तो ये ब्लैंड करनगे, मिक्सचर करनगे। देखो
इट सॉट टू असिमिलेट द न्यू वैल्यूज, ਜਿਹੜੇ ਨਵੀਆਂ ਵੈਲਿਊਜ਼ ਹੈ ਇਹ ਐਨ ਕਹਿੰਦੇ ਵੀ ਖਤਮ ਕਰੋ, ਸਿੱਧਾ ਗੋ ਬੈਕ ਟੂ ਵੇਦਾਸ, ਉਹ ਆਰਿਆ ਸਮਾਜ ਕਹੂਗਾ, ਕ੍ਰੀਏਟਡ ਬਾय ਵੈਸਟ, ਆ ਦੇਖੋ, ਟੂ ਬਲੈਂਡ them with the traditional values of India। ਮੈਨੂੰ ਤੁਹਾਨੂੰ ਸ਼ੋ ਨਹੀਂ ਹੋ ਰਿਹਾ ਹਨਾ, ਟ੍ਰੈਡੀਸ਼ਨਲ ਵੈਲਿਊਜ਼ ਕਰ ਦਿੰਨੇ ਸ਼ੋ, ਇਹ ਬੜੀ ਗੱਲ ਦੇਖੋ, ਟ੍ਰੈਡੀਸ਼ਨਲ ਵੈਲਿਊਜ਼ ਆਫ ਇੰਡੀਆ, ਵੀ ਜਿਹੜਾ ਮੁਲਕ 'ਚ ਆਪਣਾ ਜਿਹੜੇ ਮੁਲਕ ਦੇ ਸੰਸਕਾਰ ਆ ਨਾ, ਇਹ ਗੱਲ ਮੰਨਣ ਵਾਲੀ ਹੈ, ਦੁਨੀਆ 'ਚ ਹੋਰ ਕਿਤੇ ਨਹੀਂ ਹੈਗੀ। ਜਿੰਨੀ ਰਿਸਪੈਕਟ ਆਪਣੇ ਦੇਸ਼ 'ਚ ਆਪਾਂ ਆਂਢ ਗੁਆਂਢ 'ਚ ਆਪਦੇ ਗੁਆਂਢੀਆਂ ਨੂੰ ਦਿੰਨੇ ਆ, ਜਾਂ ਗਲੀ ਮਹੱਲੇ ਜਾਂ ਰਿਸ਼ਤੇਦਾਰਾਂ ਨੂੰ ਦਿੰਨੇ ਆ, ਬਾਹਰਲੇ ਮੁਲਕਾਂ 'ਚ ਤਾਂ ਹੈ ਵੈਸੇ ਇਸ ਮੁਕਾਬਲੇ ਗਾਂਧੀ। ਜਿਹੜੇ ਆਪਣੇ ਟ੍ਰੈਡੀਸ਼ਨਲ ਵੈਲਿਊਜ਼ ਹੈ ਹਿੰਦੁਸਤਾਨ ਦੇ, ਇਹ ਦੁਨੀਆ 'ਚ ਕੋਈ ਮੁਕਾਬਲਾ ਨਹੀਂ। ਇਹ ਅਕਸਰ ਆਪਾਂ YouTube ਵਗੈਰਾ ਤੇ ਆਪਾਂ ਅੱਜ ਬਹੁਤ ਦੇਖਦੇ ਹੋਵਾਂਗੇ। ਸੋ ਰਾਜਾ ਰਾਮ ਮੋਹਨ ਰਾਏ ਨੇ ਵੀ ਇਹੀ ਕਿਹਾ ਕਿ ਆਪਣੀਆਂ ਵੈਲਿਊਜ਼ ਸਦਾ ਬਾਹਰ ਚੱਲਣੀਆਂ ਚਾਹੀਦੀਆਂ, ਵੀ ਜੋ ਆਪਣਾ ਕਲਚਰ ਹੈ ਇਹ ਆਪਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਬਟ ਕਹਿੰਦਾ ਨਾਲ ਵੈਸਟਰਨ ਐਜੂਕੇਸ਼ਨ, ਵੈਸਟਰਨ ਆਈਡੀਆਜ਼, ਵੈਸਟਰਨ ਸਾਇੰਸ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਰਾਜਾ ਰਾਮ ਮੋਹਨ ਰਾਏ ਜੀ ਦਾ ਪੁਆਇੰਟ ਆ ਗਿਆ ਜਿਹੜਾ ਮੈਂ ਤੁਹਾਨੂੰ ਕਿਹਾ ਸੀ। ਰਾਜਾ ਰਾਮ ਮੋਹਨ ਰਾਏ ਨੇ ਵੀ ਸਰਕਾਰ ਨੂੰ ਕਿਹਾ, ਗੋਰਿਆਂ ਨੂੰ, ਵੀ ਕੰਸਨਟਰੇਟ ਕਰੋ ਤੁਸੀਂ ਵੀ ਮਾਡਰਨ ਵੈਸਟਰਨ ਐਜੂਕੇਸ਼ਨ ਤੇ। ਇਹ ਚਾਰ ਆਪਸ਼ਨ ਦੇ ਕੇ ਪੁੱਛ ਸਕਦੇ ਹੈ ਕਿ ਬੱਚਾ ਸੋਚੂਗਾ ਨਹੀਂ ਹੋਏ ਰਾਜਾ ਰਾਮ ਮੋਹਨ ਰਾਏ ਤਾਂ ਆਪਣੇ ਵਾਲਾ ਹੈ, ਇਹ ਤਾਂ ਵੈਸਟਰਨ ਨਾਲ ਦੇ ਖਿਲਾਫ ਹੀ ਬੋਲਿਆ ਹੋਊਗਾ, ਆਪਾਂ ਟਿਕਲਾ ਦੇਂ ਕਾਟਾ ਜਦੋਂ ਸਟੇਟਮੈਂਟ ਹੈ, ਸਵਾਲ ਬਣ ਗਏ। ਸਮਝ ਗਏ ਮੇਰੀ ਗੱਲ? ਇਹਨਾਂ ਨੇ ਵੈਸਟਰਨ ਐਜੂਕੇਸ਼ਨ ਤੇ ਜ਼ੋਰ ਪਾਇਆ ਹੈ, ਇਹਨਾਂ ਨੇ ਸਮਾਂ ਦੀ ਅਪੋਜ਼ ਕੀਤਾ ਹੈ, ਕਾਹਦਾ? ਸੰਸਕ੍ਰਿਤ ਸਿਸਟਮ ਆਫ ਐਜੂਕੇਸ਼ਨ ਦਾ। ਇਹ ਕਹਿੰਦੇ ਤੁਸੀਂ ਯਾਰ ਵੈਦਿਕ ਕਾਲ ਤੋਂ ਉਹੀ ਚਲਾਈ ਜਾਂਦੇ, ਦੁਨੀਆ ਯਾਰ ਕਿੱਥੇ ਪਹੁੰਚੀ ਜਾਂਦੀ ਹੈ, ਸਾਰੀਆਂ ਭਾਸ਼ਾਵਾਂ ਸਿੱਖੋ। ਯਾਰ ਆਪ ਬੜਾ ਵਿਗਿਆਨੀ ਬੰਦਾ ਹੈ, ਪੜ੍ਹਿਆ ਲਿਖਿਆ ਬੜਾ, ਆਪ ਤਾਂ ਸੈਂਕੜੇ ਕੋ ਸਿੱਖੀ ਬੈਠਾ, ਇਹਨੂੰ ਐ ਸਾਰਾ ਮੁਲਕ ਐ ਸਿੱਖੇ। ਉਹ ਮੁਲਕ ਕਿੱਥੇ ਸਿੱਖ, ਮੁਲਕ ਤਾਂ ਅਜੇ ਤੱਕ ਨਹੀਂ ਸਿੱਖਿਆ ਗਿਆ। ਕਹਿੰਦਾ ਜੀ ਇਟ ਵੁੱਡ ਕੀਪ ਦ ਕੰਟਰੀ ਇਨ ਦ ਡਾਰਕਨੈਸ, ਕਹਿੰਦਾ ਮੁਲਕ ਆਪਣਾ ਅੰਧੇਰ ਦੇ ਵਿੱਚ ਹੀ ਰਹਿ ਜਾਏਗਾ। ਇਹ ਕਿਹਾ ਆਪਣੇ ਰਾਜਾ ਰਾਮ ਮੋਹਨ ਰਾਏ ਜੀ ਨੇ, ਇਹ ਬਹੁਤ ਸਿਰੇ ਦਾ ਪੁਆਇੰਟ। ਪਰ ਹੁਣ ਆਪਾਂ ਐਂਡ ਕਰੀਏ ਅੱਜ ਦੀ ਕਲਾਸ ਦਾ, ਫਿਰ ਅਗਲੀ ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਹੋਊਗੀ, ਇੱਥੋਂ ਨਾਲ ਲਿੰਕ ਬਣਾਵਾਂਗੇ। ਕਹਿੰਦੇ ਰਾਜਾ ਰਾਮ ਮੋਹਨ ਰਾਏ ਜੀ ਡੈਥ ਹੋਈ ਹੈ 1833 ਦੇ ਵਿੱਚ। ਉਦੋਂ ਬਾਅਦ ਕਹਿੰਦੇ ਥੋੜੀ ਜਿਹੀ ਗਿਰਾਵਟ ਆ ਗਈ, ਕੋਈ ਮਤਲਬ ਢੰਗ ਦਾ ਚੱਜ ਦਾ ਲੀਡਰ ਬ੍ਰਹਮੋ ਸਮਾਜ ਨੂੰ ਕਹਿੰਦੇ ਨਹੀਂ ਮਿਲਿਆ। ਫਿਰ ਕਹਿੰਦੇ ਫਾਈਨਲੀ ਇੱਕ ਹੋਰ ਸਿਰੇ ਦਾ ਲੀਡਰ ਮਿਲਣ ਜਾ ਰਿਹਾ ਹੈ, ਦਵਿੰਦਰ ਨਾਥ ਟੈਗੋਰ। ਇਸ ਸਲਾਈਡ ਬਾਰੇ ਚਰਚਾ ਵੈਸੇ ਮੈਂ ਅੱਜ ਨਹੀਂ ਕਰੂੰਗਾ, ਇੱਥੋਂ ਸਾਰੀ ਕਹਾਣੀ ਸਟਾਰਟ ਕਰੂੰਗਾ। ਕੌਣ ਦਵਿੰਦਰ ਨਾਥ ਟੈਗੋਰ ਹੈ? ਇਹਨਾਂ ਦੀ ਆਪ ਦੀ ਸਭਾ ਪਹਿਲਾਂ ਆਲਰੇਡੀ ਬਣਾਈ ਵੀ ਹੋਈ ਹੈ, ਬਟ ਫਿਰ ਵੀ ਇਹਨਾਂ ਨੇ ਜੁਆਇਨ ਕੀਤਾ ਬ੍ਰਹਮੋ ਸਮਾਜ ਨੂੰ। ਤੇ ਚੱਜ ਦਾ ਲੀਡਰ ਮਤਲਬ ਇਹ ਫਿਰ ਰਾਜਾ ਰਾਮ ਮੋਹਨ ਰਾਏ ਦੀ ਜਗ੍ਹਾ ਲੈਣਗੇ, ਫਿਰ ਕਹਾਣੀ ਅੱਗੇ ਵਧੂਗੀ। ਕੱਲ ਨੂੰ ਫਿਰ ਕੇਸ਼ਵ ਚੰਦਰ ਸਿੰਘ ਲਿਆਵਾਂਗੇ, ਆਪਾਂ ਹੋਰ ਪਰਸਨੈਲਿਟੀਆਂ ਲਿਆਵਾਂਗੇ, ਆਰੀਆ ਸਮਾਜ, ਪ੍ਰਾਰਥਨਾ ਸਮਾਜ ਕਰ ਦਾਂਗੇ ਫਿਨਿਸ਼। ਇਹ ਉਹ ਟੌਪਿਕ ਹੈ ਜੀ ਤੁਸੀਂ ਬਹੁਤ ਵੇਟ ਕਰ ਰਹੇ ਸੀ, ਇਹ ਕਦੋਂ ਕਰਾਉਂਗੇ। ਬਹੁਤ ਬੱਚੇ ਤਾਂ ਇਹ ਕਹਿੰਦੇ ਆ ਸਰ ਉਹ ਧਰਮ ਵਾਲਾ ਟੌਪਿਕ ਕਦੋਂ ਕਰਾਉਂਗੇ। ਪਹਿਲੀ ਗੱਲ ਤੇ ਟੌਪਿਕ ਨੂੰ ਧਰਮ ਵਾਲਾ ਨਹੀਂ ਕਹਿਣਾ, ਇਹ ਕੋਈ ਨਵਾਂ ਪੰਥ, ਨਵਾਂ ਸੈਕਟ, ਨਵਾਂ ਧਰਮ ਨਹੀਂ ਐਸਟੈਬਲਿਸ਼ ਕੀਤਾ ਇਹਨਾਂ ਨੇ। ਬ੍ਰਹਮੋ ਸਮਾਜ, ਆਰੀਆ ਸਮਾਜ ਇਹ ਸੁਧਾਰਕ ਮੂਵਮੈਂਟ ਹੈ। ਇਹ ਧਰਮ ਦੇ ਵਿੱਚ ਸੁਧਾਰ ਲਿਆਉਣ ਵਾਲੀਆਂ, ਸੋਸਾਇਟੀ ਦੇ ਵਿੱਚ ਸੁਧਾਰ ਲਿਆਉਣ ਵਾਲੀਆਂ ਮੂਵਮੈਂਟਾਂ ਹੁੰਦੀਆਂ। ਇਹ ਤੁਸੀਂ ਵਰਡ ਜਿਹੜੇ ਗਲਤ ਬੋਲ ਲੈਂਦੇ ਹੁੰਦੇ ਮਤਲਬ ਬਹੁਤ ਬੱਚੇ ਮੈਸੇਜ ਕਰੀ ਜਾਂਦੇ ਆ ਉਹ ਧਰਮ ਵਾਲਾ ਟੌਪਿਕ ਕੀਤਾ ਹੀ ਨਹੀਂ, ਸਮਝ ਗਏ? ਇਹਨੂੰ ਧਰਮ ਵਾਲਾ ਨਹੀਂ ਕਹਿਣਾ, ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟ ਕਹਿਣਾ। ਚਲੋ ਫਿਰ ਇਹਦੇ ਨਾਲ ਹੀ ਆਪਣਾ ਅੱਜ ਦੀ ਬੱਚੋ ਇਹ ਕਲਾਸ ਹੁੰਦੀ ਹੈ ਸਮਾਪਤ। ਵਧੀਆ ਤਰੀਕੇ ਨਾਲ ਰਿਵਾਈਜ਼ ਕਰ ਲਿਓ। ਇਹ ਸਾਰਾ ਕੰਮ ਕੀ ਹੈ? ਫੈਕਟਸ। ਅਗਲੀ ਕਲਾਸ ਸਾਰੇ ਫੈਕਟ ਹੀ ਫੈਕਟ ਹੋਣ, ਟੌਪ ਕਲਾਸ, ਪੇਪਰ ਵਾਲਾ ਸਵਾਲ ਉਦੋਂ ਬਾਹਰ ਨਹੀਂ ਪਾ ਸਕਦਾ। ਬਸ ਸਮਝ ਗਏ ਮੇਰੀ? तो ठीक है, फिर मिलते हैं नेक्स्ट क्लास के। सत श्री अकाल फिर साਰਿਆਂ ਨੂੰ, गुड नाइट, स्वीट ड्रीम्स, टेक केयर।